ਸਤਿ ਸ੍ਰੀ ਅਕਾਲ। ਤੁਸੀਂ ਪੰਜਾਬਿਸਤਾਨ ਟੀਵੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਅੱਜ ਸ਼ਹੀਦ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ। ਸ਼ਹੀਦ ਭਗਤ ਸਿੰਘ ਨੂੰ ਹਰ ਪਾਸੇ ਯਾਦ ਕੀਤਾ ਜਾ ਰਿਹਾ, ਪਰ ਅਸੀਂ ਗੱਲਬਾਤ ਕਰਾਂਗੇ ਕਿ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਭਗਤਾਂ ਦੀ ਲਾਈਨ ਬੜੀ ਲੰਮੀ ਹੈ। ਭਗਤ ਸਿੰਘ ਦੇ ਭਗਤ ਕਿੰਨੇ ਕੁ ਨੇ, ਉਹਦੇ ਉੱਤੇ ਗੱਲਬਾਤ ਕਰਾਂਗੇ। ਉਹਨਾਂ ਦੀ ਸੋਚ ਜਿਹੜੀ ਕਹਿੰਦੇ ਨੇ, ਹਰ ਕੋਈ ਕਹਿ ਦਿੰਦਾ ਕਿ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ। ਉਹਨਾਂ ਦੀ ਸੋਚ ਨੂੰ ਕਦੇ ਨੇੜਿਓਂ ਤੱਕਿਆ, ਸਮਝਿਆ ਕਿ ਉਹ ਕੀ ਸੋਚਦੇ ਸੀ, ਆਜ਼ਾਦੀ ਲੈਣ ਦੇ ਲਈ ਕਿਹੋ ਜਿਹੇ ਸੁਪਨੇ ਉਹਨਾਂ ਨੇ ਪਾਲੇ ਸੀ, ਕਿਵੇਂ ਉਹਨਾਂ ਨੂੰ ਸ਼ਹੀਦੇ ਆਜ਼ਮ ਦਾ ਜਿਹੜਾ ਉਹ ਖਿਤਾਬ ਮਿਲਿਆ। ਇਸ ਗੱਲ ਦੇ ਪਿੱਛੇ ਬਹੁਤ ਡੂੰਘੀਆਂ ਜੜ੍ਹਾਂ ਹੁੰਦੀਆਂ ਨੇ, ਉਸ ਉੱਤੇ ਗੱਲਬਾਤ ਕਰਾਂਗੇ। ਅੱਜ ਦੇ ਨੌਜਵਾਨ ਕਿਸਾਨੀ ਅੰਦੋਲਨ, ਇਹ ਸਭ ਦੇ ਉੱਤੇ ਸਰਕਾਰਾਂ ਦਾ ਰੋਲ ਕੀ ਹੈ। ਅੱਜ ਜਿਹੜੇ ਕਈ ਸਰਕਾਰਾਂ ਦੇ ਭਗਤ ਬਣੇ ਬੈਠੇ ਨੇ, ਉਹਨਾਂ ਨੂੰ ਵੀ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਕੋਸ਼ਿਸ਼ ਕਰਾਂਗੇ ਕਿ ਮੇਰੇ ਨਾਲ ਸਿਆਸੀ ਮਾਹਰ ਡਾਕਟਰ ਭੀਮਿੰਦਰ ਸਿੰਘ ਮੌਜੂਦ ਨੇ, ਪੰਜਾਬੀ ਯੂਨੀਵਰਸਿਟੀ ਦੇ ਵਿੱਚ ਸਾਹਿਤ ਅਧਿਐਨ ਵਿਭਾਗ ਦੇ ਮੁਖੀ ਵੀ ਨੇ। ਅਸੀਂ ਇਸ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਕਿ ਅੱਜ ਦੀ ਸੋਚ ਤੇ ਭਗਤ ਸਿੰਘ ਦੇ ਸਮੇਂ ਦੀ ਸੋਚ ਕਿਸ ਤਰ੍ਹਾਂ ਦੀ ਰਹੀ ਹੈ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਪੰਜਾਬਿਸਤਾਨ ਟੀਵੀ ਤੇ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਮਿਹਰਬਾਨੀ, ਧੰਨਵਾਦ। ਸ਼ੁਕਰੀਆ। ਡਾਕਟਰ ਸਾਹਿਬ, ਭਗਤ ਸਿੰਘ ਦੀ ਸੋਚ ਨੂੰ ਕਿਸ ਤਰ੍ਹਾਂ ਅੱਜ ਦੇ ਸਮੇਂ ਦੇ ਵਿੱਚ, ਅੱਜ ਦੇ ਸੰਦਰਭ ਦੇ ਵਿੱਚ ਕਿੱਦਾਂ ਦੇਖਿਆ ਜਾਵੇ? ਕਿਉਂਕਿ ਜਦੋਂ ਇੱਕ ਪਾਸੇ ਤਾਂ ਉਹ ਭਗਤ ਜਿਨ੍ਹਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਇਹ ਜੋ ਸਰਕਾਰਾਂ, ਜੋ ਇਹਨਾਂ ਦੇ ਆਗੂ ਕਹਿੰਦੇ ਨੇ, ਉਸੇ ਨੂੰ ਮੰਨਿਆ ਜਾਂਦਾ ਹੈ। ਇੱਕ ਪਾਸੇ ਸ਼ਹੀਦ ਭਗਤ ਸਿੰਘ ਹੋਣਾ ਦੀ ਸੋਚ ਜਿਹੜੀ ਸੀ, ਜਿਹਨੇ ਦੇਸ਼ ਨੂੰ, ਮੁਲਕ ਨੂੰ ਆਜ਼ਾਦ ਕਰਾਇਆ, ਜਿਹੜੇ ਹਾਕਮ ਮੌਕੇ ਦੇ ਸੀਗੇ, ਅੰਗਰੇਜ਼ਾਂ ਦੇ ਨਾਲ ਟੱਕਰ ਲਈ, ਉਹ ਸਭ ਨੂੰ ਕਿੱਦਾਂ ਦੇਖਦੇ ਹੋ ਅੱਜ ਦੇ ਮਾਹੌਲ ਵਿੱਚ? ਸੁਖਵਿੰਦਰ ਜੀ, ਸਭ ਤੋਂ ਪਹਿਲਾਂ ਮੈਂ ਇਹ ਦੱਸਾਂਗਾ ਕਿ ਸਾਡੇ ਬਹੁਤ ਵੱਡੇ ਕਵੀ ਹੋਏ ਨੇ ਪੰਜਾਬੀ ਦੇ, ਸੰਤ ਰਾਮ ਉਦਾਸੀ। ਉਹਨਾਂ ਦੀ ਇੱਕ ਲਾਈਨ ਹੈ, ਉਹਨਾਂ ਦੀ ਲਾਈਨ ਹੈ ਕਿ ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ। ਬਿਲਕੁਲ। ਇਹਦਾ ਮਤਲਬ ਇਹ ਹੈ ਕਿ ਅੱਜ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਸੁਖਦੇਵ ਜੀ ਦਾ ਸ਼ਹੀਦੀ ਦਿਹਾੜਾ ਹੈ, ਆਪਾਂ ਸਾਰੇ ਜਾਣਦੇ ਹਾਂ। ਔਰ ਇਸ ਸ਼ਹੀਦੀ ਦਿਹਾੜੇ ਤੇ ਆਪਾਂ ਸਾਰੇ, ਅੱਜ ਪੂਰੀ ਦੁਨੀਆ ਉਹਨਾਂ ਨੂੰ ਯਾਦ ਕਰ ਰਹੀ ਹੈ, ਜਿਵੇਂ ਤੁਸੀਂ ਕਿਹਾ। ਔਰ ਵੱਡੀ ਗੱਲ ਹੈ ਕਿ ਅਸੀਂ ਯਾਦ ਕਿਉਂ ਕਰਦੇ ਹਾਂ ਭਗਤ ਸਿੰਘ ਹੋਰਾਂ ਨੂੰ ਜਾਂ ਉਹਨਾਂ ਦੇ ਸਾਥੀਆਂ ਨੂੰ, ਜਾਂ ਜਿਵੇਂ ਤੁਸੀਂ ਕਿਹਾ ਕਿ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਸ਼ਹੀਦੇ ਆਜ਼ਮ ਆਪਾਂ ਉਹਨਾਂ ਨੂੰ ਰੁਤਬਾ ਕਿਉਂ ਦਿੰਦੇ ਹਾਂ। ਇਹਦੇ ਬਾਰੇ ਸਾਨੂੰ ਅੱਜ ਬਹੁਤ ਹੀ ਡੂੰਘਾਈ ਦੇ ਨਾਲ ਵਿਚਾਰ ਕਰਨ ਦੀ ਲੋੜ ਹੈ। ਅਕਸਰ ਕੀ ਹੁੰਦਾ ਕਿ ਸ਼ਹੀਦ ਭਗਤ ਸਿੰਘ ਨੂੰ ਜਾਂ ਤਾਂ ਪਿਸਟਲ ਦੇ ਨਾਲ ਪੇਸ਼ ਕੀਤਾ ਜਾਂਦਾ ਹੈ, ਜਦੋਂ ਉਹਨਾਂ ਦੇ ਤੁਸੀਂ ਦੇਖਦੇ ਹੋ ਵੱਖ-ਵੱਖ ਫੋਟੋਆਂ, ਦੇਖਦੇ ਹੋ ਵੱਖ-ਵੱਖ ਕੈਲੰਡਰ, ਦੇਖਦੇ ਹੋ ਜਾਂ ਕਿਤੇ ਹੋਰ ਉਹਨਾਂ ਦੇ ਬੁੱਤ ਲੱਗੇ ਦੇਖਦੇ ਹੋ, ਤਾਂ ਉੱਥੇ ਕਈ ਵਾਰੀ ਇਹ ਵੀ ਲਿਖਿਆ ਜਾਂਦਾ ਕਿ ਮੁੱਛ ਦਾ ਜਿਹੜਾ ਹੈਗਾ ਅੰਗਰੇਜ਼ ਖੰਘੇ ਸੀ, ਅਸੀਂ ਟੰਗੇ ਸੀਗੇ। ਏਦਾਂ ਦੇ ਮਤਲਬ ਊਟ ਪਟਾਂਗ ਜਿਹੜੇ ਨਾਅਰੇ ਨੇ, ਜਿਨ੍ਹਾਂ ਨਾਲ ਸ਼ਹੀਦ ਆਜ਼ਮ ਭਗਤ ਸਿੰਘ ਦਾ ਕੋਈ ਲੈਣਾ ਦੇਣਾ ਵੀ ਨਹੀਂ ਹੈ ਸੋਚ ਦਾ। ਸੋ ਓਦਾਂ ਦੇ ਨਾਅਰੇ ਜਿਹੜੇ ਨੇ ਉਹ ਲਗਾਏ ਜਾਂਦੇ ਨੇ, ਲਿਖੇ ਜਾਂਦੇ ਨੇ, ਔਰ ਸ਼ਹੀਦ ਆਜ਼ਮ ਦਾ ਜਿਹੜਾ ਅਕਸ ਹੈ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇੱਥੋਂ ਤੱਕ ਕਿ ਜਿਹੜੀਆਂ ਸਰਕਾਰਾਂ ਨੇ ਉਹ ਵੀ ਹਜੇ ਤੱਕ ਜਿਹੜੀਆਂ ਨੇ ਅੰਗਰੇਜ਼ਾਂ ਵਾਂਗ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਨੂੰ ਉਹ ਅੱਤਵਾਦੀ ਕਹੀ ਜਾਂਦੀਆਂ ਨੇ, ਕਿ ਇਹ ਤਾਂ ਕਿਉਂਕਿ ਅੰਗਰੇਜ਼ ਇਹਨਾਂ ਨੂੰ ਅੱਤਵਾਦੀ ਕਹਿੰਦੇ ਸੀਗੇ, ਇਸ ਲਈ ਇਹ ਉਹਨਾਂ ਦੇ ਕਾਗਜ਼ਾਂ ਦੇ ਵਿੱਚ ਅੱਜ ਸਾਡੀਆਂ ਸਰਕਾਰਾਂ ਨੇ ਵੀ ਜਿਹੜਾ ਹੈਗਾ ਹਜੇ ਤੱਕ ਉਹ ਰਿਕਾਰਡ ਠੀਕ ਨਹੀਂ ਕੀਤੇ। ਔਰ ਜਦੋਂ ਕਿ ਲੋੜ ਇਹ ਸੀਗੇ ਕਿ ਸਰਕਾਰਾਂ ਨੂੰ ਕਿ ਉਹ ਅੱਤਵਾਦੀ ਨਹੀਂ, ਉਹ ਸਾਡੇ ਨਾਇਕ ਨੇ, ਉਹ ਨਾਇਕ ਨਹੀਂ ਹੈਗੇ। ਸੋ ਇਸ ਕਰਕੇ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਪਹਿਲੀ ਗੱਲ ਤਾਂ ਸ਼ਹੀਦ ਆਜ਼ਮ ਦਾ ਰੁਤਬਾ ਇਸ ਲਈ ਦਿੱਤਾ ਜਾਂਦਾ ਹੈ ਕਿਉਂਕਿ ਉਹਨਾਂ ਦੀ ਇੱਕ ਵੱਖਰੀ ਵਿਚਾਰਧਾਰਾ ਸੀ, ਵੱਖਰੀ ਸੋਚ ਸੀਗੀ ਆਪਣੀ, ਜਿਹੜੀ ਉਹਨਾਂ ਨੇ ਜਿਹੜੀ ਮਿਹਨਤ ਦੇ ਨਾਲ। ਆਪਾਂ ਨੂੰ ਪਤਾ ਹੈ ਕਿ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦਾ ਪਰਿਵਾਰ ਪੂਰਾ, ਜੇ ਆਪਾਂ ਉਹਨਾਂ ਦੇ ਪੜਦਾਦਾ ਜੀ ਤੋਂ ਲੈ ਕੇ ਫਿਰ ਦਾਦਾ ਜੀ, ਫਿਰ ਪਿਤਾ ਜੀ, ਫਿਰ ਚਾਚਾ ਜੀ, ਔਰ ਹੋਰ ਬਹੁਤ ਸਾਰਾ, ਮੈਨੂੰ ਲੱਗਦਾ ਹਰ ਪਰਿਵਾਰ ਦੇ ਵਿੱਚੋਂ ਹਰ ਮੈਂਬਰ ਜਿਹੜਾ ਸੀਗਾ ਉਹ ਇਸ ਜ਼ਮੀਨ ਦੇ ਨਾਲ, ਇਸ ਧਰਤੀ ਦੇ ਨਾਲ, ਇਸ ਮੁਲਕ ਦੇ ਨਾਲ, ਆਪਣੀ ਦੇਸ਼ ਨੂੰ ਪਿਆਰ ਕਰਨ ਵਾਲਾ ਜਿਹੜਾ ਸੀਗਾ ਪਰਿਵਾਰ ਸੀਗਾ। ਔਰ ਉਹੀ ਗੁੜਤੀ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਨੂੰ ਮਿਲੀ, ਆਪਣੇ ਚਾਚਾ ਜੀ ਤੋਂ ਮਿਲੀ, ਆਪਣੇ ਪਿਤਾ ਜੀ ਤੋਂ ਮਿਲੀ, ਆਪਣੇ ਦਾਦਾ ਜੀ ਤੋਂ ਮਿਲੀ। ਔਰ ਇਹੀ ਗੁੜਤੀ ਲੈ ਕੇ ਉਹਨਾਂ ਨੇ ਸਾਰੇ ਵਿਚਾਰ ਜਿਹੜੇ ਸੀਗੇ ਉਹ ਬਚਪਨ ਦੇ ਵਿੱਚ ਉਹ ਤਿੱਖੇ ਵਿਚਾਰ ਹੋ ਗਏ ਸੀਗੇ। ਉਹ ਬਚਪਨ ਜਿਹੜਾ ਉਹਨਾਂ ਦੇ, ਮੈਨੂੰ ਲੱਗਦਾ ਹੈ ਕਿ ਸਿਰਫ ਉਹ 12 ਸਾਲ ਦੇ ਸੀ ਜਦੋਂ 1919 ਦੇ ਵਿੱਚ ਜਲਿਆਂਵਾਲਾ ਕਾਂਡ ਜਿਹੜਾ ਸੀ ਵਾਪਰ ਗਿਆ। ਔਰ ਇਹ ਇੱਕ ਐਸੀ ਜਲਿਆਂਵਾਲੇ ਬਾਗ ਦੀ ਘਟਨਾ ਐਸੀ ਸੀ ਜਿਹਦੇ ਵਿੱਚ ਹਜ਼ਾਰਾਂ ਲੋਕ ਜਿਹੜੇ ਸੀਗੇ, ਬੇਕਸੂਰ ਲੋਕ, ਉਹ ਸ਼ਹੀਦ ਹੋ ਗਏ ਸੀ ਸਾਡੇ। ਔਰ ਉਹ ਮਿੱਟੀ ਜਦੋਂ ਉਹ ਉਸ ਵੇਲੇ ਲਾਹੌਰ 'ਚ ਰਹਿੰਦੇ ਸੀਗੇ, ਔਰ ਲਾਹੌਰ ਤੋਂ ਬਕਾਇਦਾ ਤੌਰ ਤੇ ਉਹ ਅੰਮ੍ਰਿਤਸਰ ਆਏ, ਜਲਿਆਂਵਾਲੇ ਬਾਗ ਦੇ ਵਿੱਚ ਆਏ, ਔਰ ਉਹਨਾਂ ਨੇ ਉਹ ਮਿੱਟੀ ਦੀ ਜੇ ਚੁੱਕ ਕੇ ਆਪਣੇ ਮੱਥੇ ਨਾਲ ਲਾਈ। ਔਰ ਉਹਨਾਂ ਨੇ ਕਿਤੇ ਨਾ ਕਿਤੇ ਉਹ ਬਾਲ ਮਨ ਜਿਹੜਾ ਸੀਗਾ, ਉਹਨਾਂ ਨੇ ਸੋਚਿਆ ਹੋਏਗਾ ਕਿ ਮੈਂ ਜ਼ਰੂਰ
ਇਸ ਅੰਗਰੇਜ਼ ਹਕੂਮਤ ਨੇ ਜਿਹੜਾ ਇਹ ਕਾਰਨਾਮਾ ਕੀਤਾ ਹੈ ਉਹਦਾ ਮੈਂ ਕਿਤੇ ਨਾ ਕਿਤੇ ਬਦਲਾ ਲਵਾਂਗਾ। ਸੋ ਉਹ ਸੋਚ ਜਿਹੜੀ ਸੀਗੀ, ਮੇਰਾ ਕਹਿਣ ਦਾ ਮਤਲਬ ਹੈ ਕਿ ਬਚਪਨ ਤੋਂ ਹੀ ਇੱਕ ਜਿਹੜੀ ਇਨਕਲਾਬੀ ਸੋਚ ਸੀਗੀ ਭਗਤ ਸਿੰਘ ਹੋਰਾਂ ਦੀ, ਉਹ ਡਿਵੈਲਪ ਹੋਣੀ ਸ਼ੁਰੂ ਹੋ ਗਈ। ਫਿਰ ਉਹ ਲਾਹੌਰ ਦੇ ਵਿੱਚ ਉਹਨਾਂ ਨੇ ਪੜ੍ਹਨਾ ਸ਼ੁਰੂ ਕੀਤਾ। ਉੱਥੋਂ ਹੀ ਉਹ ਨਾਟਕਾਂ ਦੇ ਵਿੱਚ ਜਿਹੜੇ ਇਨਕਲਾਬੀ ਨਾਟਕ ਸੀਗੇ ਉਹਦੇ ਵੱਲ ਪ੍ਰੇਰਿਤ ਹੋਏ। ਫਿਰ ਜਦੋਂ ਉਹਨਾਂ ਦਾ ਵਾਹ ਯੂਪੀ ਦੇ ਵਿੱਚ ਜਾਂ ਬਿਹਾਰ ਦੇ ਜਾਂ ਬੰਗਾਲ ਦੇ ਇਨਕਲਾਬੀਆਂ ਨਾਲ ਪਿਆ, ਤਾਂ ਉਹਨਾਂ ਦੀ ਜਿਹੜੀ ਚੇਤਨਾ ਸੀਗਾ, ਹੋਰ ਚੇਤਨਾ ਸੀ, ਹੋਰ ਬਹੁਤ ਤਿੱਖੀ ਹੁੰਦੀ ਗਈ। ਉਹਦੇ ਵਿੱਚੋਂ ਇੱਕ ਇੰਡੀਪੈਂਡੈਂਟ ਸੋਚ ਲੈ ਕੇ, ਵਿਚਾਰ ਜਿਹੜੇ ਸੀਗੇ ਲੈ ਕੇ, ਭਗਤ ਸਿੰਘ ਦੀ ਜਿਹੜੀ ਛਵੀ ਹੈ ਉਹ ਉੱਭਰਦੀ ਹੈ। ਔਰ ਉਹਦੇ ਵਿੱਚ ਛਵੀ ਦੇ ਵਿੱਚ ਕਿਤਾਬਾਂ ਦਾ ਜੇ ਮੈਂ ਕਹਾਂ ਕਿ ਉਸ ਵੇਲੇ 1917 ਦੇ ਵਿੱਚ ਜਦੋਂ ਉਹਨਾਂ ਦੀ ਉਮਰ ਲਗਭਗ 10 ਸਾਲ ਦੀ ਸੀਗੀ, ਉਦੋਂ ਇੱਕ ਬਹੁਤ ਵੱਡਾ ਹੋਰ ਜਿਹੜਾ ਘਟਨਾ ਪੂਰੇ ਮੁਲਕ ਦੇ ਵਿੱਚ ਵਾਪਰਿਆ, ਉਹ ਸੀਗਾ ਕਿ ਰੂਸ ਦਾ ਇਨਕਲਾਬ। ਰੂਸ ਦੇ ਇਨਕਲਾਬ ਦੇ ਬਾਰੇ ਅਸੀਂ ਜਿਵੇਂ ਜਾਣਦੇ ਹਾਂ ਕਿ ਉੱਥੋਂ ਦਾ ਜਿਹੜਾ ਬਹੁਤ ਵੱਡੇ ਲੀਡਰ ਸੀਗੇ ਉਹ ਸੀਗੇ ਵਲਾਦੀਮੀਰ ਲੈਨਨ ਦੀ। ਜਦੋਂ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਸ਼ਹੀਦ ਆਜ਼ਮ ਭਗਤ ਸਿੰਘ ਉਹਨਾਂ ਨੂੰ ਫਾਂਸੀ ਦਿੱਤੀ ਜਾਣੀ ਸੀਗੀ, ਔਰ ਉਸ ਵੇਲੇ ਜਦੋਂ ਉਹਨਾਂ ਨੂੰ ਕਿਹਾ ਕਿ ਫਾਂਸੀ ਤੋਂ ਬਾਹਰ ਬੁਲਾਇਆ ਗਿਆ ਕਿ ਹੁਣ ਤੁਹਾਨੂੰ ਫਾਂਸੀ ਦੇਣ ਲਈ ਅਸੀਂ ਲੈ ਕੇ ਜਾ ਰਹੇ ਹਾਂ, ਤਾਂ ਉਹਨਾਂ ਨੇ ਇੱਕ ਬਹੁਤ ਵਧੀਆ ਖੂਬਸੂਰਤ ਲਾਈਨ ਕਹੀ ਕਿ ਮੈਨੂੰ 2 ਮਿੰਟ ਹੋਰ ਦੇ ਦਿਓ, ਥੋੜਾ ਜਿਹਾ ਸਮਾਂ ਹੋਰ ਦੇ ਦਿਓ, ਤਾਂ ਕਿ ਇੱਕ ਇਨਕਲਾਬੀ ਦੂਜੇ ਇਨਕਲਾਬੀ ਨਾਲ ਹਜੇ ਗੱਲ ਕਰ ਰਿਹਾ, ਅਜੇ ਮੇਰੀ ਗੱਲ ਪੂਰੀ ਨਹੀਂ ਹੋਈ। ਯਾਨੀ ਕਿ ਉਸ ਵੇਲੇ ਲੈਨਨ ਦੀ ਜੀਵਨੀ ਜਿਹੜੀ ਸੀਗੀ, ਉਸ ਵੇਲੇ ਦੀ ਬਾਇਓਗ੍ਰਾਫੀ ਜਿਹੜੀ ਬਹੁਤ ਮਸ਼ਹੂਰ ਹੋਈ ਹੈ, ਲੈਨਨ ਪੂਰੇ ਦੁਨੀਆ ਦੇ ਵਿੱਚ ਮਸ਼ਹੂਰ ਸੀਗੇ। ਉਹਨਾਂ ਨੇ ਬਿਲਕੁਲ ਤਖਤਾ ਪਲਟ ਕੇ ਜਾਰ ਦਾ, ਉਸ ਵੇਲੇ ਦੀ ਹਕੂਮਤ ਦਾ, ਰੂਸ ਦੇ ਵਿੱਚ ਇੱਕ ਨਵਾਂ ਇਨਕਲਾਬ ਉਹ ਲੈ ਕੇ ਆਏ ਸੀਗੇ। ਸੋ ਉਹਨਾਂ ਵਿਚਾਰਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀਗੇ। ਔਰ ਉਸ ਤੋਂ ਬਾਅਦ ਹੌਲੀ ਹੌਲੀ ਜਦੋਂ ਉਹਨਾਂ ਦੇ ਸੰਬੰਧ ਆਜ਼ਾਦ ਹੋਰਾਂ ਨਾਲ ਜਾਂ ਰਾਜਗੁਰੂ ਜਾਂ ਸੁਖਦੇਵ ਹੋਰਾਂ ਨਾਲ ਆਉਣੇ ਸ਼ੁਰੂ ਹੋ ਗਏ, ਤਾਂ ਉਹਨਾਂ ਦੀ ਸੋਚ ਦੀ ਜਿਹੜੀ ਧਾਰ ਹੈ ਹੋਰ ਤਿੱਖੀ ਹੁੰਦੀ ਗਈ। ਸੋ ਉਹ ਮਤਲਬ ਕਹਿਣ ਦਾ ਹੈ ਕਿ ਇੱਕ ਕਾਂਗਰਸ ਦੇ ਪੈਰਲਲ, ਕਾਂਗਰਸ ਆਪਾਂ ਨੂੰ ਪਤਾ ਹੈ ਕਿ ਉਸ ਵੇਲੇ 1915 ਦੇ ਵਿੱਚ ਗਾਂਧੀ ਜੀ ਵੀ ਜਿਹੜੇ ਸੀਗੇ ਹਿੰਦੁਸਤਾਨ ਦੇ ਵਿੱਚ ਆ ਚੁੱਕੇ। ਸਰ ਮੈਂ ਇਸੇ ਸਵਾਲ ਤੇ ਹੋਣਾ ਸੀਗਾ ਕਿ ਸੋਚ ਤੁਸੀਂ ਕਿਹਾ ਉਹਨਾਂ ਦੀ ਤਿੱਖੀ ਹੁੰਦੀ ਗਈ ਇਸ ਪਾਸੇ ਨੂੰ, ਆਜ਼ਾਦੀ ਨੂੰ ਲੈ ਕੇ ਪਰਵਾਨੇ ਬਣਦੇ ਗਏ ਆਜ਼ਾਦੀ ਦੇ, ਪਰ ਉਹਨਾਂ ਦੀ ਮਹਾਤਮਾ ਗਾਂਧੀ ਦੇ ਹੋਣਾ ਦੇ ਨਾਲ ਵਖਰੇਵੇਂ ਜਿਹੜੇ ਨੇ ਉਹ ਕਿਸ ਤਰ੍ਹਾਂ ਪੈਦਾ ਹੋਏ? ਕਹਿੰਦੇ ਚੋਰਾ ਚੋਰੀ ਦੀ ਘਟਨਾ ਹੋਈ ਸੀ, ਉਸ ਤੋਂ ਬਾਅਦ ਜਿਹੜਾ ਉਹ ਕਿਤੇ ਨਾ ਕਿਤੇ ਭਗਤ ਸਿੰਘ ਹੋਣਾ ਨੇ ਆਪਣਾ ਇੱਕ ਵੱਖਰਾ, ਉਹ ਕਹਿੰਦੇ ਕਿ ਹਿੰਸਾ ਤੇ ਅਹਿੰਸਾ ਦੇ ਵਿੱਚ ਇੱਕ ਫਰਕ ਦੇਖਦੇ ਆ, ਉਹਨਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਆਪਣਾ ਇੱਕ ਰਾਹ ਚੁਣਿਆ। ਫਿਰ ਬਿਲਕੁਲ, ਮੈਂ ਇਹੀ ਦੱਸਣਾ ਚਾਹਣਾ ਕਿ 1915 ਦੇ ਵਿੱਚ ਜਦੋਂ ਮਹਾਤਮਾ ਗਾਂਧੀ ਜੀ ਭਾਰਤ ਦੇ ਵਿੱਚ ਆ ਕੇ ਕਾਂਗਰਸ ਦੀ ਵਾਗਡੋਰ ਸੰਭਾਲਦੇ ਆ, ਤਾਂ ਉਸ ਤੋਂ ਬਾਅਦ ਆਪਾਂ ਨੂੰ ਪਤਾ ਹੈ ਕਿ 1914 ਦੇ ਵਿੱਚ ਪਹਿਲੀ ਮਹਾਯੁੱਧ ਜਿਹੜਾ ਹੈਗਾ, ਪਹਿਲਾ ਵਿਸ਼ਵ ਯੁੱਧ ਜਿਹੜਾ ਹੈਗਾ ਉਹ ਸ਼ੁਰੂ ਹੋ ਜਾਂਦਾ ਹੈ ਔਰ 1918 ਤੱਕ ਚੱਲਦਾ ਹੈ। ਔਰ ਇਹਨਾਂ ਜਦੋਂ, ਕਿਉਂਕਿ ਉਸ ਵੇਲੇ ਅੰਗਰੇਜ਼ ਸਾਮਰਾਜ ਪੂਰੇ ਹਿੰਦੁਸਤਾਨ ਦੇ ਉੱਤੇ ਰਾਜ ਕਰ ਰਿਹਾ ਸੀਗਾ, ਤਾਂ ਅੰਗਰੇਜ਼ਾਂ ਨੇ ਇਹ ਗੱਲ ਕਹੀ ਕਿ ਜੇ ਤੁਸੀਂ ਸਾਨੂੰ ਫੌਜੀ ਭਰਤੀ ਕਰਵਾਓਗੇ, ਕਾਂਗਰਸ ਨੂੰ, ਕਿ ਜੇ ਤੁਸੀਂ ਸਾਡੇ ਵਿੱਚ ਸਾਡੀ ਫੌਜ ਦੇ ਵਿੱਚ ਅੰਗਰੇਜ਼ ਫੌਜ ਦੇ ਵਿੱਚ ਫੌਜੀ ਭਰਤੀ ਹੋਣਗੇ ਪੰਜਾਬ ਚੋਂ, ਵੱਖ-ਵੱਖ ਸਟੇਟਾਂ ਚੋਂ, ਤਾਂ ਲਾਜ਼ਮੀ ਤੌਰ ਤੇ ਜਦੋਂ ਅਸੀਂ ਇਹ ਜਿਹੜੀ ਜਿੱਤ ਲਾਂਗੇ ਅਸੀਂ ਜੰਗ, ਤਾਂ ਅਸੀਂ ਇਸ ਮੁਲਕ ਨੂੰ ਆਜ਼ਾਦ ਕਰ ਦਾਂਗੇ। ਤਾਂ ਗਾਂਧੀ ਜੀ ਨੂੰ ਬਕਾਇਦਾ ਤੌਰ ਤੇ ਉਹਨਾਂ ਨੇ ਭਰੋਸੇ 'ਚ ਲਿਆ ਔਰ ਗਾਂਧੀ ਜੀ ਨੇ ਵੀ ਇਹ ਕਿਹਾ ਕਿ ਕੋਈ ਗੱਲ ਨਹੀਂ, ਅਸੀਂ ਪਹਿਲੀ ਵਾਰੀ ਤੁਸੀਂ ਸਾਡੇ ਨੂੰ ਕਿਹਾ ਹੈ, ਅਸੀਂ ਇਹਨੂੰ ਪੂਰਾ ਕਰਾਂਗੇ। ਔਰ ਗਾਂਧੀ ਜੀ ਨੇ ਵੀ ਲੋਕਾਂ ਨੂੰ ਇਹ ਪ੍ਰੇਰਿਤ ਕੀਤਾ ਕਿ ਭਾਈ ਆਪਾਂ ਇਸ ਜੰਗ ਦੇ ਵਿੱਚ ਅੰਗਰੇਜ਼ਾਂ ਦੀ ਮਦਦ ਕਰਨੀ। ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਜਾਬ ਚੋਂ, ਵੱਖ-ਵੱਖ ਸਟੇਟਾਂ ਚੋਂ ਜਿਹੜੇ ਸੀਗੇ ਫੌਜੀ, ਉਹ ਅੰਗਰੇਜ਼ ਸਾਮਰਾਜ ਦੀ ਫੌਜ ਦੇ ਵਿੱਚ ਭਰਤੀ ਹੋਏ। ਪਰ ਹੋਇਆ ਕੀ ਹੋਇਆ, ਜਦੋਂ ਅੰਗਰੇਜ਼ ਪਹਿਲੀ ਮਹਾਯੁੱਧ ਜਿਹੜਾ ਸੀਗਾ, ਪਹਿਲਾ ਵਿਸ਼ਵ ਯੁੱਧ ਸੀ, ਜਦੋਂ ਜਿੱਤ ਗਏ, ਤਾਂ ਉਹ ਆਪਣੇ ਵਾਅਦੇ ਤੋਂ ਬਿਲਕੁਲ ਮੁੱਕਰ ਗਏ। ਉਹਨਾਂ ਨੇ ਕਿਹਾ ਕਿ ਹੁਣ ਸਾਨੂੰ ਕਿਹੜਾ ਵਾਅਦਾ ਹੈ ਸਾਨੂੰ ਯਾਦ ਨਹੀਂ ਹੈ, ਸਗੋਂ ਉਲਟ ਕੀ ਹੋ ਗਿਆ ਕਿ ਉਹ ਰੌਲਟ ਐਕਟ ਵਰਗਾ ਜਿਹੜਾ ਹੈਗਾ, ਕਾਲਾ ਕਾਨੂੰਨ ਉਸ ਵੇਲੇ ਲੈ ਕੇ ਆਏ। ਰੌਲਟ ਐਕਟ ਦਾ ਮਤਲਬ ਸੀਗਾ ਕਿ ਸਾਰੇ, ਨਾ ਅਪੀਲ, ਨਾ ਦਲੀਲ, ਨਾ ਵਕੀਲ, ਕੋਈ ਵੀ ਇਹਨਾਂ ਦੀ ਨਾ ਸੁਣੋ, ਜਿਹੜਾ ਵੀ ਅੰਗਰੇਜ਼ ਸਾਮਰਾਜ ਦੇ ਖਿਲਾਫ ਬੋਲਦਾ ਹੈ ਉਹਨੂੰ ਚੁੱਕ ਕੇ ਤੁਸੀਂ ਜੇਲ੍ਹਾਂ 'ਚ ਸੁੱਟ ਦਿਓ। ਸੋ ਉਹਦੇ ਖਿਲਾਫ ਪੰਜਾਬ ਦੇ ਵਿੱਚ ਬਹੁਤ ਵੱਡੀ ਆਵਾਜ਼ ਉੱਠੀ ਔਰ ਖਾਸ ਤੌਰ ਤੇ ਅੰਮ੍ਰਿਤਸਰ ਦੇ ਵਿੱਚ, ਔਰ ਲੋਕ ਇਕੱਠੇ ਹੋਏ। ਔਰ 1919 ਦੇ ਵਿੱਚ ਮੈਂ ਜਿਹੜਾ ਪਹਿਲਾਂ ਕਿਹਾ ਸੀਗਾ, ਉਹ ਵੱਡਾ ਕਾਂਡ ਜਲਿਆਂਵਾਲੇ ਬਾਗ ਦਾ ਰੌਲਟ ਐਕਟ ਦੇ ਖਿਲਾਫ ਹੋਇਆ। ਔਰ ਉਸ ਤੋਂ ਬਾਅਦ ਗਾਂਧੀ ਜੀ ਨੂੰ ਇਹ ਕਿਹਾ ਗਿਆ ਕਿ ਹੁਣ ਸਾਨੂੰ ਜਿਹੜਾ ਹੈਗਾ ਇੱਕ ਵੱਡਾ ਅੰਦੋਲਨ ਸ਼ੁਰੂ ਕਰਨਾ ਚਾਹੀਦਾ ਹੈ। ਉਹ ਸੀਗਾ ਕਿ ਅਸਹਿਯੋਗ ਅੰਦੋਲਨ, ਨਾ ਮਿਲਵਰਤਨ ਅੰਦੋਲਨ, ਜਿਹੜਾ ਕਿ 1920 ਦੇ ਵਿੱਚ ਗਾਂਧੀ ਜੀ ਸ਼ੁਰੂ ਕਰਦੇ ਨੇ, ਕਾਂਗਰਸ ਸ਼ੁਰੂ ਕਰਦੀ ਹੈ। ਔਰ ਭਗਤ ਸਿੰਘ ਇਹਦੇ ਵਿੱਚ ਬਹੁਤ ਵੱਧ ਚੜ ਕੇ ਹਿੱਸਾ ਲੈਂਦੇ ਆ।
ਉਹਨੂੰ ਜੀ ਲੱਗਦਾ ਹੈ ਕਿ ਸ਼ਾਇਦ ਭਗਤ ਸਿੰਘ ਜੀ ਨੂੰ ਕਿ ਸ਼ਾਇਦ ਇਹਦੇ ਨਾਲ ਹੋ ਸਕਦਾ ਹੈ ਕਿ ਸਾਨੂੰ ਆਜ਼ਾਦੀ ਮਿਲਣ ਦੇ ਵਿੱਚ ਇਹ ਜਿਹੜਾ ਅੰਦੋਲਨ ਹੈ ਬੜਾ ਵੱਡਾ ਰੋਲ ਅਦਾ ਕਰੇਗਾ। ਜੀ ਜੀ ਜੀ। ਪਰ ਕੀ ਹੁੰਦਾ ਹੈ ਕਿ 1922 ਦੇ ਵਿੱਚ ਚੌਰਾ ਚੌਰੀ ਦੀ ਘਟਨਾ ਵਾਪਰਦੀ ਹੈ ਔਰ ਉਹਦੇ ਵਿੱਚ ਜਦੋਂ ਗਾਂਧੀ ਜੀ ਉਹ ਸਾਰੇ ਦਾ ਸਾਰਾ, ਕਿਉਂਕਿ ਉਸ ਵੇਲੇ ਪੂਰੀ ਪੀਕ ਤੇ ਗਿਆ ਹੁੰਦਾ ਅੰਦੋਲਨ, ਬਹੁਤ ਸਾਰੇ ਲੋਕ ਜਿਹੜੇ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਇਸ ਅੰਦੋਲਨ ਦੇ ਵਿੱਚ ਹਿੱਸਾ ਲੈ ਰਹੇ ਹੁੰਦੇ ਆ। ਔਰ ਜਦੋਂ ਗਾਂਧੀ ਜੀ ਕਹਿੰਦੇ ਆ ਕਿ ਨਹੀਂ, ਹੁਣ ਆ ਚੌਰਾ ਚੌਰੇ ਦੀ ਘਟਨਾ ਤੋਂ ਬਾਅਦ ਹੁਣ ਇਹਨੂੰ ਮੈਂ ਵਾਪਸ ਲੈਣਾ ਹਾਂ, ਇਸ ਕਰਕੇ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਿਹੜਾ ਦਿਲ ਹੈ ਉਹ ਟੁੱਟ ਜਾਂਦਾ ਹੈ। ਉਹਨਾਂ ਨੂੰ ਲੱਗਦਾ ਹੈ ਕਿ ਇਹ ਕੀ ਹੋ ਗਿਆ, ਹਜੇ ਤਾਂ ਅਸੀਂ ਕੁਝ ਵੀ ਨਹੀਂ ਸੀ, ਹਜੇ ਤਾਂ ਅਸੀਂ ਜਾਣਾ ਸੀ, ਅੱਗੇ ਜਾਣਾ ਸੀਗਾ, ਹਜੇ ਤਾਂ ਅੰਦੋਲਨ ਨੇ ਬਹੁਤ ਅੱਗੇ ਵਧਣਾ ਸੀਗਾ। ਉੱਥੋਂ ਉਹਨੂੰ ਲੱਗਦਾ ਹੈ ਕਿ ਅਸੀਂ ਸਮਝੌਤਾਵਾਦੀ ਜਿਹੜੀ ਹੈਗੀ ਹੈ ਪੋਲਿਟਿਕਸ ਹੁਣ ਨਹੀਂ ਕਰਾਂਗੇ, ਹੁਣ ਅਸੀਂ ਨਵੀਂ ਪੋਲਿਟਿਕਸ ਜਿਹੜਾ ਹੈਗਾ ਉਹਦੇ ਵੱਲ ਜਾਂਦੇ ਆ। ਫਿਰ ਉਹਨਾਂ ਦਾ ਰਸਤਾ ਜਿਹੜਾ ਹੈਗਾ 1922 ਤੋਂ ਬਾਅਦ ਇੱਕ ਵੱਖਰਾ ਰਸਤਾ ਚੁਣਦੇ ਆ। ਉਹ ਰਸਤਾ ਹੁੰਦਾ ਹੈ ਕਿ ਅਸੀਂ ਅੰਗਰੇਜ਼ਾਂ ਨੂੰ ਸਮਝੌਤਾਵਾਦੀ ਨਹੀਂ, ਅਸੀਂ ਉਹਨਾਂ ਨੂੰ ਸਖਤੀ ਦੇ ਨਾਲ ਟੱਕਰਾਂਗੇ। ਜਦੋਂ ਲਾਲਾ ਲਾਜਪਤ ਰਾਏ ਜੀ ਤੁਸੀਂ ਦੇਖੋਗੇ ਕਿ ਉਹ ਉਸ ਜਲੂਸ ਦੀ ਰਹਿਨੁਮਾਈ ਕਰ ਰਹੇ ਹੁੰਦੇ ਨੇ ਔਰ ਉਹਨਾਂ ਦੇ ਉੱਤੇ ਪੁਲਿਸ ਤਸ਼ੱਦਦ ਹੁੰਦਾ ਹੈ ਔਰ ਪੁਲਿਸ ਤਸ਼ੱਦਦ ਦੇ ਤੋਂ ਬਾਅਦ ਜਿਹੜਾ ਹੈ ਲਾਲਾ ਜੀ ਦੀ ਸ਼ਹੀਦੀ ਹੋ ਜਾਂਦੀ ਹੈ ਕੁਝ ਦਿਨਾਂ ਬਾਅਦ। ਤਾਂ ਉੱਥੋਂ ਉਹਨਾਂ ਨੂੰ ਲੱਗਦਾ ਹੈ ਕਿ ਜੇ ਅੰਗਰੇਜ਼ ਲਗਾਤਾਰ ਸਾਡੇ ਲੀਡਰਾਂ ਨੂੰ, ਖਾਸ ਤੌਰ ਤੇ ਕਾਂਗਰਸ ਦੇ ਲੀਡਰਾਂ ਨੂੰ ਏਦਾਂ ਤਸ਼ੱਦਦ ਦੇ ਨਾਲ ਮਾਰ ਰਹੇ ਨੇ, ਖਤਮ ਕਰ ਰਹੇ ਨੇ, ਤਾਂ ਇਹਦਾ ਬਦਲਾ ਲੈਣਾ ਚਾਹੀਦਾ, ਸਾਨੂੰ ਵੀ ਇੱਕ ਰਿਐਕਟ ਕਰਨਾ ਚਾਹੀਦਾ। ਸੋ ਉਸ ਇਵਲ ਦੇ ਵਿੱਚ ਉਹ ਜਿਹੜੀ ਉਹਨਾਂ ਦੀ ਜਥੇਬੰਦੀ ਆ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੀ, ਇਹ ਫੈਸਲਾ ਕਰਦੀ ਹੈ ਕਿ ਅਸੀਂ ਜਿਹੜੇ ਵੀ ਬੰਦੇ ਇਹਦੇ ਲਈ ਜ਼ਿੰਮੇਵਾਰ ਨੇ ਲਾਲਾ ਜੀ ਨੂੰ ਖਤਮ ਕਰਨ ਦੇ ਲਈ, ਅਸੀਂ ਉਹਨਾਂ ਦਾ ਬਦਲਾ ਲਵਾਂਗੇ। ਔਰ ਉਹ ਫਿਰ ਉਸ ਤੋਂ ਬਾਅਦ ਫਿਰ ਸਾਂਡਰਸ ਨੂੰ ਮਾਰਿਆ ਜਾਂਦਾ ਹੈ ਔਰ ਲਗਾਤਾਰ ਉਹ ਪਾਰਟੀ ਜਿਹੜੀ ਹੈਗੀ ਹੈ ਸੋਸ਼ਲਿਸਟ ਪਾਰਟੀ, ਉਹ ਆਪਣੀ ਜਿਹੜੀ ਹੈਗੀ ਨੌਜਵਾਨ ਭਾਰਤ ਸਭਾ ਵੀ ਬਣਾਉਂਦੇ ਨੇ। ਉਹਦਾ ਬਾਅਦ ਦੇ ਵਿੱਚ ਸੋਸ਼ਲਿਸਟ ਪਾਰਟੀ ਦਾ ਜਿਹੜਾ ਹੈਗਾ ਨਾਂ ਜਿਹੜਾ ਹੈਗਾ ਤਬਦੀਲ ਕੀਤਾ ਜਾਂਦਾ ਹੈ। ਸੋ ਕਹਿਣ ਤੋਂ ਮਤਲਬ ਹੈ ਕਿ ਸ਼ਹੀਦ ਆਜ਼ਮ ਭਗਤ ਸਿੰਘ ਔਰ ਮਹਾਤਮਾ ਗਾਂਧੀ, ਇਹ 1922 ਤੋਂ ਬਾਅਦ ਤੁਸੀਂ ਦੇਖੋਗੇ ਲਗਾਤਾਰ ਜਿੱਥੇ ਕਾਂਗਰਸ ਸਮਝੌਤਾਵਾਦੀ ਰੁਖ ਅਖਤਿਆਰ ਕਰਦੀ ਹੈ ਔਰ ਬਾਰ-ਬਾਰ ਲਗਾਤਾਰ ਮਹਾਤਮਾ ਗਾਂਧੀ ਅੰਗਰੇਜ਼ਾਂ ਦੇ ਨਾਲ ਸਮਝੌਤਾ ਕਰਦੇ ਨੇ, ਅੰਗਰੇਜ਼ਾਂ ਦੇ ਨਾਲ ਪੈਕਟ ਹੁੰਦੇ ਨੇ ਉਹਨਾਂ ਦੇ, ਅੰਗਰੇਜ਼ਾਂ ਦੇ ਨਾਲ ਉਹ ਲਗਾਤਾਰ ਪ੍ਰੈਸ਼ਰ ਬਣਾ ਰਹੇ ਨੇ। ਉੱਥੇ ਜਿਹੜੀ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੀ ਪਾਰਟੀ ਹੈ ਜਾਂ ਉਹਨਾਂ ਦੀ ਸਭਾ ਹੈ ਜਾਂ ਉਹ ਜਿਹੜੇ ਨੌਜਵਾਨ ਨੇ, ਉਹ ਲਗਾਤਾਰ ਅੰਗਰੇਜ਼ਾਂ ਦੇ ਉੱਤੇ ਪ੍ਰੈਸ਼ਰ ਬਣਾ ਰਹੇ ਨੇ ਕਿ ਅਸੀਂ ਹੁਣ ਸਮਝੌਤਾਵਾਦੀ ਨਹੀਂ ਰਵਾਂਗੇ, ਅਸੀਂ ਇੱਟ ਦਾ ਜਵਾਬ ਪੱਥਰ ਦੇ ਨਾਲ ਦੇਵਾਂਗੇ। ਸੋ ਉਹਦੇ ਲਈ ਉਹ ਕਿਤਾਬਾਂ ਵੀ ਪੜ੍ਹਦੇ ਨੇ ਔਰ ਬਹੁਤ ਲਗਾਤਾਰ ਅਧਿਐਨ ਚੱਲਦਾ ਹੈ ਭਗਤ ਸਿੰਘ ਹੋਰਾਂ ਦਾ। ਔਰ ਜਦੋਂ ਉਹ ਜੇਲ੍ਹ 'ਚ ਵੀ ਜਾਂਦੇ ਨੇ, ਜਦੋਂ ਬਟੁਕੇਸ਼ਵਰ ਦੱਤ ਹੋਰਾਂ ਦੇ ਨਾਲ ਉਹ ਅਸੈਂਬਲੀ ਦੇ ਵਿੱਚ ਬੰਬ ਸੁੱਟਦੇ ਨੇ, ਤਾਂ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਸਾਨੂੰ ਗ੍ਰਿਫਤਾਰ ਕੀਤਾ ਜਾਏਗਾ ਔਰ ਉਹਨਾਂ ਨੂੰ ਇਹ ਪਤਾ ਹੈ ਕਿ ਹੋ ਸਕਦਾ ਹੈ ਕਿ ਮੇਰੇ ਉੱਤੇ ਕਤਲ ਦਾ ਕੇਸ ਬਣ ਜਾਏ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਬਾਹਰ ਨਾ ਆ ਸਕਾਂ, ਮੈਨੂੰ ਜ਼ਿੰਦਗੀ ਜਿਹੜੀ ਹੈਗੀ ਆ ਕੁਰਬਾਨ ਕਰਨੀ ਪੈ ਸਕਦੀ ਹੈ। ਇਹ ਬਿਲਕੁਲ ਕਲੀਅਰ ਸੀਗਾ, ਇਹ ਨਹੀਂ ਕਿ ਉਹਨਾਂ ਨੂੰ ਡਰ ਸੀਗਾ, ਉਹਨਾਂ ਨੂੰ ਪਤਾ ਸੀਗਾ ਕਿ ਜੇ ਅਸੀਂ ਸੁੱਤੀ ਹੋਈ ਕੌਮ ਨੂੰ ਜਗਾਉਣਾ ਹੈ, ਸੁੱਤੇ ਹੋਏ ਭਾਰਤ ਨੂੰ ਜਗਾਉਣਾ ਹੈ, ਤਾਂ ਸਾਨੂੰ ਆਪਣੀ ਜ਼ਿੰਦਗੀ ਦਾਅ ਤੇ ਲਾਉਣੀ ਹੀ ਪਏਗੀ। ਇਦੋਂ ਬਿਨਾਂ ਗੁਜ਼ਾਰਾ ਨਹੀਂ ਹੈ, ਇਦੋਂ ਬਿਨਾਂ ਭਾਰਤ ਜਿਹੜਾ ਹੈਗਾ ਆਜ਼ਾਦ ਨਹੀਂ ਹੋ ਸਕਦਾ। ਸੋ ਇਸ ਕਰਕੇ ਲੋਕਾਂ ਨੂੰ ਜਗਾਉਣ ਦੇ ਲਈ ਉਹਨਾਂ ਨੇ ਆਪਣੀ ਜਾਨ ਦੀ ਵੱਡੀ ਕੁਰਬਾਨੀ ਦਿੱਤੀ। ਔਰ ਜਦੋਂ ਉਹ ਜੇਲ੍ਹ ਦੇ ਵਿੱਚ ਵੀ ਗਏ, ਤੁਸੀਂ ਦੇਖੋਗੇ ਕਿ ਲਗਭਗ 98 ਦਿਨ ਜਿਹੜੀ ਹੈਗੀ ਭੁੱਖ ਹੜਤਾਲ, ਅੱਜ ਤੱਕ ਵਿਸ਼ਵ ਦਾ ਰਿਕਾਰਡ ਹੈ ਕਿ 98 ਦਿਨ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਲਗਾਤਾਰ ਭੁੱਖ ਹੜਤਾਲ ਕੀਤੀ ਔਰ ਅਖੀਰ ਨੂੰ ਅੰਗਰੇਜ਼ ਸਾਮਰਾਜ ਨੂੰ ਉਹਨਾਂ ਦੀਆਂ ਮੰਗਾਂ ਮੰਨਣੀਆਂ ਪਈਆਂ ਔਰ ਉਹਨਾਂ ਨੂੰ ਜਿਹੜੀ ਹੈਗੀ ਚੰਗੀਆਂ ਸਹੂਲਤਾਂ ਜੇਲ੍ਹ ਦੇ ਵਿੱਚ ਵੀ ਦੇਣੀਆਂ ਪਈਆਂ। ਮੇਰਾ ਕਹਿਣਾ ਸੰਘਰਸ਼ ਮਤਲਬ ਚੱਲਿਆ ਆਜ਼ਾਦੀ ਦੇ ਲਈ। ਡਾਕਟਰ ਸਾਹਿਬ, ਮੇਰੇ ਧਿਆਨ ਵਿੱਚ ਆ ਰਿਹਾ ਸੀ ਕਿ ਜਦੋਂ ਤੁਸੀਂ ਗੱਲ ਕਰ ਰਹੇ ਭਗਤ ਸਿੰਘ ਹੋਣਾ ਦੀ ਤੇ ਆਪਣਾ ਮਹਾਤਮਾ ਗਾਂਧੀ ਹੋਣਾ ਦੀ ਆਪਾਂ ਤੁਲਨਾ ਜਦੋਂ ਕਰ ਰਹੇ ਸੀ ਕਿ ਉਹਨਾਂ ਦੀ ਹਿੰਸਾ ਤੇ ਅਹਿੰਸਾ, ਉਹ ਸੋਚ ਜਿਹੜੀ ਆ ਉਹ ਨਹੀਂ ਮੈਚ ਖਾਦੀ। ਅੱਜ ਦੇ ਸੰਦਰਭ ਦੇ ਵਿੱਚ ਕਿੱਦਾਂ ਦੇਖਦੇ ਹੋ ਕਿ ਇੱਕ ਪਾਸੇ ਕਿਸਾਨ ਲੀਡਰ ਨੇ, ਦੂਜੇ ਪਾਸੇ ਨੌਜਵਾਨ ਆਗੂ ਨੇ, ਉਹ ਨੌਜਵਾਨੀ ਦੀ ਸੋਚ ਤੇ ਕਿਸਾਨਾਂ ਦੀ ਸੋਚ ਵੀ ਕਿਤੇ ਨਾ ਕਿਤੇ ਇਸ ਤਰ੍ਹਾਂ ਲੱਗਦੀ ਹੈ ਕਿ ਨੌਜਵਾਨ ਜਿਹੜੇ ਨੇ ਉਹ ਕਹਿੰਦੇ ਨੇ ਕਿ ਅਸੀਂ ਸਿੱਧਾ ਮੱਥਾ ਲਾਉਣਾ, ਤੇ ਕਿਸਾਨ ਲੀਡਰ ਜਿਹੜੇ ਕਹਿੰਦੇ ਨੇ ਉਹ ਕਹਿੰਦੇ ਕਿ ਨਹੀਂ, ਅਸੀਂ ਟੇਬਲ ਟਾਕ ਦੇ ਜ਼ਰੀਏ ਜਿਵੇਂ ਸਰਕਾਰ ਤੇ ਪ੍ਰੈਸ਼ਰ ਉਹ ਬਣਾ ਰਹੇ ਨੇ, ਉਹ ਪ੍ਰੈਸ਼ਰ ਚਾਹੁੰਦੇ ਨੇ। ਨੌਜਵਾਨ ਕਹਿੰਦੇ ਨੇ ਕਿ ਸਾਡੇ ਵੱਲੋਂ ਜਿਹੜਾ ਉਹ ਜੋਸ਼ ਵਾਲਾ ਪ੍ਰੈਸ਼ਰ ਹੈ ਉਹ ਬਣਨਾ ਚਾਹੀਦਾ। ਇਹਨੂੰ ਕਿੱਦਾਂ ਦੇਖਦੇ ਹੋ ਸਾਰੇ ਨੂੰ, ਇਸ ਸਭ ਦੇ ਵਿੱਚ ਸਰਕਾਰ ਦੇ ਰੋਲ ਨੂੰ ਵੀ ਕਿੱਦਾਂ ਦੇਖਦੇ ਹੋ ਕਿ ਜਿਹੜੇ ਸੁਪਨੇ ਭਗਤ ਸਿੰਘ ਹੋਣਾ ਨੇ ਲਏ ਸੀਗੇ, ਉਹੋ ਜੀ ਆਜ਼ਾਦੀ ਜਿਹੜੀ ਅੱਜ ਇਸ ਮੁਲਕ ਦੇ ਵਿੱਚ ਨਹੀਂ ਨਜ਼ਰ ਆ ਰਹੀ? ਦੇਖੋ, ਜਿੱਦਾਂ ਦੇ ਸੁਪਨੇ ਸੀਗਾ, ਪਹਿਲਾਂ ਤਾਂ ਆਪਾਂ ਇਹ ਸੋਚੀਏ ਕਿ
ਇਹ ਸਮਝੀਏ ਕਿ ਭਗਤ ਸਿੰਘ ਹੋਰਾਂ ਦਾ ਸੁਪਨਾ ਕੀ ਸੀਗਾ, ਕਿ ਉਹਨਾਂ ਨੂੰ ਕਿੱਦਾਂ ਦਾ ਭਾਰਤ ਚਾਹੀਦਾ ਸੀਗਾ। ਪਹਿਲੀ ਗੱਲ ਤਾਂ ਉਹ ਵੱਡੀ ਗੱਲ ਜਿਹੜੀ ਕਰਦੇ ਨੇ ਲਗਾਤਾਰ, ਉਹ ਹੈ ਕਿ ਬਰਾਬਰੀ ਦਾ। ਜਿਹੜੇ ਵੀ ਜਿੰਨੇ ਵੀ ਉਹਨਾਂ ਨੇ ਆਰਟੀਕਲ ਲਿਖੇ, ਚਾਹੇ ਉਹ ਕਿਰਤੀ ਦੇ ਵਿੱਚ ਵਿਦਰੋਹੀ ਨਾਂ ਦੇ ਉੱਤੇ ਲਿਖੇ ਉਹਨਾਂ ਨੇ, ਔਰ ਲਗਾਤਾਰ ਉਹ ਆਰਟੀਕਲ ਬਹੁਤ ਸਾਰੇ ਕਿਤਾਬਾਂ ਉਹਨਾਂ ਨੇ ਅੱਜ ਜਿਹੜੀਆਂ ਸਾਡੇ ਕੋਲੇ ਮੌਜੂਦ ਨੇ ਉਹਨਾਂ ਦੇ ਨਾਂ ਦੇ ਉੱਤੇ ਛਪੀਆਂ ਬਾਅਦ ਦੇ ਵਿੱਚ। ਸੋ ਉੱਥੋਂ ਸਾਨੂੰ ਇਹ ਆਈਡੀਆ ਹੁੰਦਾ ਹੈ, ਚਾਹੇ ਉਹ ਜੇਲ੍ਹ ਨੋਟਬੁੱਕ ਹੋਵੇ ਜਾਂ ਹੋਰ ਉਹਨਾਂ ਦੇ ਛੋਟੇ ਛੋਟੇ ਆਰਟੀਕਲ ਜਿਹੜੇ ਨੇ ਵੱਖ-ਵੱਖ ਸਮੇਂ ਦੇ ਉੱਤੇ ਲਿਖੇ ਹੋਏ ਹੋਣ, ਉੱਥੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਸ਼ਹੀਦ ਆਜ਼ਮ ਭਗਤ ਸਿੰਘ ਇੱਕ ਬਰਾਬਰੀ ਵਾਲਾ ਸਮਾਜ ਚਾਹੁੰਦੇ ਸੀਗੇ। ਬਰਾਬਰੀ ਵਾਲਾ ਤਾਂ ਹੋ ਸਕਦਾ ਹੈ ਕਿ ਜਿਹੜੀ ਹੈਗਾ ਕਾਂਗਰਸ ਵੀ ਚਾਹੁੰਦੀ ਸੀਗੀ, ਔਰ ਇੱਥੋਂ ਤੱਕ ਕਿ ਗਾਂਧੀ ਜੀ ਵੀ ਚਾਹੁੰਦੇ ਸੀਗੇ, ਪਰ ਇਹ ਫਰਕ ਸੀਗਾ ਕਿ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੀ ਬਰਾਬਰੀ ਦਾ ਮਤਲਬ ਸੀਗਾ ਕਿ ਸਮਾਜਵਾਦੀ ਸਮਾਜ, ਜਿਹੜਾ ਕਿ ਬਾਅਦ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਕਿ ਸਾਡੀ ਜਿਹੜੀ ਸੰਵਿਧਾਨ ਬਣਾਇਆ ਗਿਆ, ਉਹਦੀ ਜਿਹੜੀ ਪ੍ਰੀਐਂਬਲ ਲਿਖੀ ਗਈ, ਉਹਦੇ ਵਿੱਚ ਬਕਾਇਦਾ ਤੌਰ ਤੇ ਉਹ ਜਿਹੜਾ ਸ਼ਬਦ ਹੈ ਸੋਸ਼ਲਿਜ਼ਮ ਵਾਲਾ, ਸੋਸ਼ਲਿਸਟਿਕ ਸੁਸਾਇਟੀ ਕਿਸੇ ਵੇਲੇ ਬਣਾਈ ਗਈ ਸੀਗੀ, ਇਹਨੂੰ ਨਾਮ ਦਿੱਤਾ ਗਿਆ। ਸੋ ਮੇਰਾ ਮਤਲਬ ਹੈ ਕਿ ਸੱਚੀ ਮੁੱਚੀ ਬਰਾਬਰੀ, ਉਹਦੇ ਵਿੱਚ ਜਾਤ ਪਾਤ ਦੀ ਬਰਾਬਰੀ ਹੋਵੇ, ਉਹਦੇ ਵਿੱਚ ਜਾਤ ਦੇ ਸਵਾਲ ਦੇ ਉੱਤੇ ਬਹੁਤ ਸੋਹਣਾ ਉਹਨਾਂ ਦਾ ਆਰਟੀਕਲ ਹੈ, ਉਹਨਾਂ ਦੀ ਵਰਗ ਦੇ ਉੱਤੇ ਜਿਹੜੀ ਖਾਸ ਤੌਰ ਤੇ ਜਿਹੜੀਆਂ ਵੱਖ-ਵੱਖ ਅਮੀਰ ਔਰ ਗਰੀਬ ਦੀ ਲੜਾਈ ਹੈ ਉਹ ਜਿਹੜੀ ਹੈਗੀ ਆ ਕੱਟਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜਿਹੜੀ ਭਾਸ਼ਾ ਦੇ ਨਾਂ ਦੇ ਉੱਤੇ ਉਹਨਾਂ ਕਿ ਭਾਸ਼ਾ ਦੀ ਇੰਪੋਰਟੈਂਸ ਕੀ ਹੋਣੀ ਚਾਹੀਦੀ ਹੈ ਜਦੋਂ ਦੇਸ਼ ਆਜ਼ਾਦ ਹੋਏਗਾ। ਸੋ ਇਹ ਸਾਰੇ ਮੁੱਦੇ ਜਿਹੜੇ ਵੀ ਉਹਨਾਂ ਨੂੰ ਉਸ ਵੇਲੇ ਨੌਜਵਾਨਾਂ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ, ਨੌਜਵਾਨਾਂ ਨੂੰ ਉਹਨਾਂ ਨੇ ਬਹੁਤ ਖੂਬਸੂਰਤ ਸੁਨੇਹਾ ਦਿੱਤਾ ਹੈ, ਔਰ ਉਹਨਾਂ ਨੇ ਬਾਰ-ਬਾਰ ਇਹ ਕਿਹਾ ਹੈ ਕਿ ਸਾਡੀ ਜਿਹੜੀ ਹਥਿਆਰ ਚੁੱਕਣ ਦੀ ਜਿਹੜੀ ਲੋੜ ਸੀ ਉਹ ਇੱਕ ਮਜਬੂਰੀ ਸੀਗੀ, ਸਾਡਾ ਕੋਈ ਸ਼ੌਕ ਨਹੀਂ ਸੀਗਾ ਹਥਿਆਰ ਚੁੱਕਣ ਦਾ। ਜਿਵੇਂ ਤੁਸੀਂ ਜੋਸ਼ ਦੀ ਗੱਲ ਕੀਤੀ ਹੈ, ਜੋਸ਼ ਹੋਣਾ ਚਾਹੀਦਾ, ਅੱਜ ਦੇ ਸਮੇਂ ਵਿੱਚ ਵੀ ਜੋਸ਼ ਹੋਣਾ ਚਾਹੀਦਾ, ਪਰ ਜੇ ਇਹਦੇ ਵਿੱਚੋਂ ਹੋਸ਼ ਮਾਈਨਸ ਹੋ ਜਾਏਗਾ, ਜੇ ਇਹਦੇ ਵਿੱਚੋਂ ਹੋਸ਼ ਚਲਾ ਜਾਏਗਾ, ਤਾਂ ਕੱਲਾ ਜੋਸ਼ ਜਿਹੜਾ ਹੈਗਾ ਨਾ ਉਹ ਕੁਝ ਕਰ ਸਕਦਾ ਹੈ, ਨਾ ਕੱਲਾ ਜਿਹੜਾ ਹੈਗਾ ਜੋਸ਼। ਦੋਨਾਂ ਦਾ ਜਿਹੜਾ ਸੁਮੇਲ ਹੈ, ਦੋਵਾਂ ਧਿਰਾਂ ਦਾ ਬੈਲੈਂਸ ਜਿਹੜਾ ਹੈਗਾ ਉਹ ਹੀ ਅੱਗੇ ਸਾਨੂੰ ਸਮਾਜ ਨੂੰ ਲੈ ਕੇ ਜਾ ਸਕਦਾ ਹੈ। ਜੇ ਅਸੀਂ ਅੱਜ ਦੇ ਕਿਸਾਨੀ ਸੰਘਰਸ਼ ਨੂੰ ਦੇਖਦੇ ਹਾਂ, ਭਗਤ ਸਿੰਘ ਹੋਰਾਂ ਦੇ ਐਂਗਲ ਤੋਂ ਦੇਖਣਾ ਹੋਵੇ, ਤਾਂ ਭਗਤ ਸਿੰਘ ਜਿੱਥੇ ਕਿਸਾਨੀ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਸੀਗੇ, ਮਜ਼ਦੂਰਾਂ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਸੀਗੇ, ਆਮ ਲੋਕਾਂ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਸੀਗੇ, ਉੱਥੇ ਉਹ ਕਹਿੰਦੇ ਸੀਗੇ ਕਿ ਆਪਣੇ ਕੋਈ ਵੀ ਜਿਹੜਾ ਇਨਕਲਾਬ ਹੈ ਉਹਦੀ ਜਿਹੜੀ ਤਲਵਾਰ ਹੈ ਉਹ ਵਿਚਾਰਾਂ ਦੀ ਸਾਣ ਤੇ ਤਿੱਖੀ ਹੁੰਦੀ ਹੈ। ਸੋ ਵਿਚਾਰਾਂ ਨੂੰ ਹਮੇਸ਼ਾ ਉਹ ਮਹੱਤਵ ਦਿੰਦੇ ਸੀਗੇ, ਨਾ ਕਿ ਹਥਿਆਰਾਂ ਨੂੰ। ਉਹਨਾਂ ਨੇ ਬਾਰ-ਬਾਰ ਕਿਹਾ ਕਿ ਹਥਿਆਰ ਤਾਂ ਮੈਂ ਹੋ ਸਕਦਾ ਕਿ ਜ਼ਿੰਦਗੀ ਦੇ ਵਿੱਚ 2 ਜਾਂ 3 ਵਾਰੀ ਉਹਨਾਂ ਨੂੰ ਹੱਥ ਲਾਇਆ ਹੋਵੇ ਜਾਂ ਚੱਕਿਆ ਹੋਵੇ, ਪਰ ਮੇਰੇ ਹੱਥ ਦੇ ਵਿੱਚ ਲਗਾਤਾਰ ਪੁਸਤਕਾਂ ਰਹੀਆਂ ਨੇ। ਮੈਂ ਦੁਨੀਆ ਦਾ ਲਿਟਰੇਚਰ, ਚਾਹੇ ਉਹ ਕਵਿਤਾ ਹੋਵੇ, ਚਾਹੇ ਨਾਵਲ ਹੋਵੇ, ਚਾਹੇ ਫਿਲਾਸਫੀ ਹੋਵੇ, ਚਾਹੇ ਹੋਰ ਹੋਵੇ, ਉਹਨਾਂ ਨੇ ਦੁਨੀਆ ਦਾ ਲਿਟਰੇਚਰ, ਮਹਾਨ ਜਿਹੜੇ ਲੇਖਕ ਸੀਗੇ ਉਸ ਵੇਲੇ ਦੇ, ਉਹ ਸਾਰੇ ਉਹਨਾਂ ਨੇ ਪੜ੍ਹੇ। ਈਵਨ ਇੱਥੋਂ ਤੱਕ ਕਿ ਜੇਲ੍ਹ ਵਿੱਚ ਵੀ ਜਿੰਨੀ ਦੇਰ ਉਹ ਲੰਬਾ ਸਮਾਂ ਜੇਲ੍ਹ 'ਚ ਰਹੇ, ਉੱਥੇ ਵੀ ਲਗਾਤਾਰ ਉਹ ਆਪਣੇ ਸਾਥੀਆਂ ਨੂੰ ਕਹਿ ਕੇ ਪੁਸਤਕਾਂ ਜੇਲ੍ਹ ਕੋਠੜੀ ਦੇ ਵਿੱਚ ਮੰਗਵਾਉਂਦੇ ਸੀਗੇ, ਉੱਥੇ ਪੜ੍ਹਦੇ ਸੀਗੇ। ਇੱਥੋਂ ਤੱਕ ਕਿ ਮੈਂ ਜਿਵੇਂ ਐਗਜ਼ਾਮਪਲ ਦਿੱਤੀ ਹੈ ਕਿ ਆਪਣੇ ਫਾਂਸੀ ਤੋਂ 1 ਮਿੰਟ ਵੀ ਪਹਿਲਾਂ ਉਹ ਕਿਤਾਬ ਪੜ੍ਹ ਰਹੇ ਸੀਗੇ, ਪੁਸਤਕ ਪੜ੍ਹ ਰਹੇ ਸੀਗੇ। ਸੋ ਸਾਨੂੰ ਅੱਜ ਜੇ ਆਪਾਂ ਨੌਜਵਾਨਾਂ ਨੂੰ, ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਨੌਜਵਾਨਾਂ ਨੂੰ ਅੱਜ ਇਹੀ ਸਿੱਖਣ ਦੀ ਲੋੜ ਹੈ ਕਿ ਭਗਤ ਸਿੰਘ ਦਾ ਜਿਹੜਾ ਬਿੰਬ ਹੈ ਉਹ ਹਥਿਆਰਾਂ ਦਾ ਵਾਲਾ ਬਿੰਬ ਨਹੀਂ ਹੈ, ਉਹ ਕਿਤਾਬਾਂ ਦਾ ਬਿੰਬ ਹੈ, ਵਿਚਾਰਾਂ ਵਾਲਾ ਬਿੰਬ ਹੈ। ਇਸੇ ਲਈ ਉਹਨਾਂ ਨੂੰ ਸ਼ਹੀਦ ਆਜ਼ਮ ਕਿਹਾ ਜਾਂਦਾ ਹੈ। ਬਾਕੀ ਸ਼ਹੀਦਾਂ ਨਾਲੋਂ ਉਹਨਾਂ ਦਾ ਬੁਨਿਆਦੀ ਫਰਕ ਇਹੀ ਹੈ, ਸ਼ਹੀਦਾਂ ਦਾ ਸਰਦਾਰ, ਮਤਲਬ ਸ਼ਹੀਦਾਂ ਦਾ ਸਰਦਾਰ ਇਸ ਲਈ ਹੈ ਭਗਤ ਸਿੰਘ ਕਿਉਂਕਿ ਉਹਦੇ ਕੋਲੇ ਆਪਣੇ ਮੌਲਿਕ ਵਿਚਾਰ ਸੀਗੇ, ਉਹਦੀ ਮੌਲਿਕ ਆਪਣੀ ਵੱਖਰੀ ਸੋਚ ਸੀਗੀ। ਔਰ ਇਹ ਸੋਚ ਕਿਸੇ ਵੇਲੇ ਤਾਂ ਸੁਖਵਿੰਦਰ ਜੀ CID ਦੀਆਂ ਰਿਪੋਰਟਸ, ਖਾਸ ਤੌਰ ਤੇ 1929 ਤੋਂ ਲੈ ਕੇ 31 ਤੱਕ ਜਦੋਂ ਉਹਨਾਂ ਨੂੰ ਫਾਂਸੀ ਨਹੀਂ ਸੀ ਦਿੱਤੀ ਗਈ, ਤਾਂ CID ਦੀਆਂ ਰਿਪੋਰਟ ਇਹ ਕਹਿੰਦੀਆਂ ਨੇ ਕਿ ਉਹ ਮਹਾਤਮਾ ਗਾਂਧੀ ਦੀ ਪੋਪੂਲੈਰਿਟੀ ਤੋਂ ਵੀ ਉੱਪਰ ਪਹੁੰਚ ਗਏ ਸੀਗੇ, ਕਿ ਭਗਤ ਸਿੰਘ ਹੋਰਾਂ ਦੀ ਜਿਹੜੀ ਪੋਪੂਲੈਰਿਟੀ ਹੈ, ਜਿਹੜੀ ਲੋਕ ਉਹਨਾਂ ਨੂੰ ਪਸੰਦ ਕਰਦੇ ਸੀ, ਉਹ ਮਹਾਤਮਾ ਗਾਂਧੀ ਤੋਂ ਉੱਪਰ ਚਲੀ ਗਈ ਸੀਗੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਉਹ ਇਸ ਲਈ ਉੱਪਰ ਗਈ ਸੀਗੀ ਕਿਉਂਕਿ ਉਹਨਾਂ ਕੋਲੇ ਤਰਕ ਸੀਗਾ, ਉਹਨਾਂ ਕੋਲੇ ਲੌਜਿਕ ਸੀਗੀ, ਉਹਨਾਂ ਕੋਲੇ ਆਪਣੇ ਮੁੱਢਲੇ ਵਿਚਾਰ ਸੀਗੇ, ਆਪਣੇ ਬੁਨਿਆਦੀ ਵਿਚਾਰ ਸੀਗੇ। ਉਹ ਵਿਚਾਰ ਜਿਹੜੇ ਇੱਕ ਸਮਾਜ ਨੂੰ ਬਦਲਣਾ ਚਾਹੁੰਦੇ ਸੀਗੇ, ਚੰਗਾ ਸਮਾਜ, ਚੰਗੀ ਸੁਸਾਇਟੀ। ਆਜ਼ਾਦੀ ਤੋਂ ਬਾਅਦ ਇੱਕ ਉਹਨਾਂ ਦੇ ਮਨ ਦੇ ਵਿੱਚ ਸੁਪਨਾ ਸੀਗਾ ਕਿ ਜਿਵੇਂ ਬਾਕੀ ਮੁਲਕਾਂ ਦੇ ਵਿੱਚ, ਜਿਵੇਂ ਯੂਰਪ ਦੇ ਵਿੱਚ ਜਾਂ ਹੋਰ ਜਿੱਥੇ ਵੀ ਇਨਕਲਾਬ ਆਏ ਨੇ, ਉਹ ਇਨਕਲਾਬ ਦੇ ਨਾਲ ਦੁਨੀਆ ਸੁਧਰ ਗਈ ਹੈ, ਲੋਕ ਅੱਗੇ ਗਏ ਨੇ। ਲੋਕ ਜਿਹੜੇ ਨੇ ਉਹਨਾਂ ਨੂੰ ਇਹੀ ਸੀਗਾ ਕਿ ਜੇ ਕਾਂਗਰਸ ਦਾ ਰਾਜ ਆਉਂਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ, ਜੇ ਗਾਂਧੀ ਜੀ ਦੇ ਵਿਚਾਰ ਅੱਗੇ ਆਉਂਦੇ ਆ,
ਤਾਂ ਲਾਜ਼ਮੀ ਤੌਰ ਤੇ ਸਾਡਾ ਮੁਲਕ ਸੱਚੀ ਮੁੱਚੀ ਦੀ ਆਜ਼ਾਦੀ ਨਹੀਂ ਪ੍ਰਾਪਤ ਕਰ ਸਕੇਗਾ। ਅਸਲੀ ਆਜ਼ਾਦੀ ਜਿਹੜੀ ਹੈਗੀ ਹੈ ਉਹ ਸਾਮਰਾਜ ਦੀ ਜਿਹੜੀ ਮੰਡੀ ਹੈ, ਸਾਮਰਾਜ ਦਾ ਜਿਹੜਾ ਗਲਬਾ ਹੈ, ਉਹ ਤੋਂ ਬਾਹਰ ਆ ਕੇ ਹੀ ਹੋ ਸਕਦੀ ਹੈ। ਔਰ ਪ੍ਰਗਟ ਅਸੀਂ ਸਿੰਘ, ਦੇਖਦੇ ਹਾਂ ਕਿ ਸਾਡੇ ਇਹਦੇ ਸਭ ਦੇ ਵਿਚਾਲੇ ਤੁਸੀਂ ਉਸ ਸੋਚ ਨੂੰ ਕਿੱਦਾਂ ਦੇਖਦੇ ਹੋ ਕਿ ਇੱਕ ਪਾਸੇ ਤਾਂ ਸੋਚ ਅਜਿਹੀ ਹੋਣੀ ਚਾਹੀਦੀ ਸੀ, ਜਿਵੇਂ ਮੈਂ ਸ਼ੁਰੂ ਦੇ ਵਿੱਚ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਜਿਵੇਂ ਆਪਾਂ ਕਹਿ ਲਈਏ ਕਿ ਭਗਤ ਜਾਂ ਪੈਰਵਾਈ ਜਿਹੜੇ ਉਹਨਾਂ ਦੀ ਸੋਚ ਦੀ ਪੈਰਵਾਈ ਕਰਦੇ ਨੇ, ਮੈਂ ਭਗਤ ਸ਼ਬਦ ਇਸ ਲਈ ਵਰਤਿਆ ਕਿ ਜਿਹੜੇ ਉਹਨਾਂ ਦੀ ਸੋਚ ਨੂੰ ਮੰਨਦੇ ਨੇ, ਅਪਣਾਉਂਦੇ ਨੇ, ਕਿ ਸ਼ਹੀਦ ਭਗਤ ਸਿੰਘ ਦਾ ਕੀ ਕਹਿਣਾ ਸੀ। ਜਿਵੇਂ ਤੁਸੀਂ ਕਿਹਾ ਕਿ ਹਥਿਆਰਾਂ ਦੀ ਗੱਲ ਨਹੀਂ, ਕਿਤਾਬਾਂ ਦੀ ਗੱਲ ਸੀ। ਮੇਰੇ ਯਾਦ ਹੈ ਕਿ ਗੁਰਪ੍ਰੀਤ ਆਰਟਿਸਟ ਹੋਣਾ ਦੀ ਇੱਕ ਤਸਵੀਰ ਉਹਨਾਂ ਨੇ ਬਣਾਈ ਭਗਤ ਸਿੰਘ ਹੋਣਾ ਦੀ, ਉਹਦੇ ਵਿੱਚ ਉਹ ਕਿਤਾਬ ਜਿਹੜੀ ਉਹਨਾਂ ਦੇ ਹੱਥ ਵਿੱਚ ਫੜੀ ਹੋਈ ਹੈ ਉਹ ਕਾਫੀ ਪ੍ਰਚਲਿਤ ਹੋਈ ਹੈ। ਇਸ ਸਭ ਦੇ ਵਿਚਾਲੇ ਅੱਜ ਦੇ ਜਿਹੜੇ ਸਰਕਾਰੀ ਨੁਮਾਇੰਦਿਆਂ ਦੇ ਜਿਹੜੇ ਭਗਤ ਬਣੇ ਹੋਏ ਨੇ ਕਿ ਉਹ ਸਿਰਫ ਜੋ, ਜਿਵੇਂ ਉਹਨਾਂ ਨੂੰ ਕਹਿ ਦਿੱਤਾ ਕਿ ਅੰਨੇ ਭਗਤ, ਜੋ ਉਹਨਾਂ ਨੇ ਕਹਿ ਦਿੱਤਾ ਉਸੇ ਨੂੰ ਮੰਨਦੇ ਨੇ। ਇਹਨੂੰ ਕਿੱਦਾਂ ਦੇਖਦੇ ਹੋ? ਉਹ ਸੋਚ ਤੇ ਕਾ ਸੋਚ ਅੱਜ ਦੀਆਂ ਸਰਕਾਰਾਂ ਦੇ ਪਿੱਛੇ ਜਿਹੜੇ ਪਿਛਲੱਗੂ ਲੱਗੇ ਹੋਏ ਨੇ ਉਹਨਾਂ ਸਭ ਦੀ ਸੋਚ? ਦੇਖੋ ਸੁਖਵਿੰਦਰ ਜੀ, ਜਿਹੜੀ ਅੰਧ ਭਗਤੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਹੈ, ਉਹ ਬਹੁਤ ਖਤਰਨਾਕ ਹੁੰਦੀ ਹੈ। ਚਾਹੇ ਉਹ ਬੀਜੇਪੀ ਦੀ ਜਿਹੜੇ ਲੋਕ ਨੇ ਉਹਦੇ ਮਗਰ ਅੰਧ ਭਗਤ ਲੱਗੇ ਹੋਏ ਹੈ, ਚਾਹੇ ਇੱਥੋਂ ਤੱਕ ਕਿ ਭਗਤ ਸਿੰਘ ਦੀ ਜਿਹੜੀ ਅੰਧ ਭਗਤੀ ਹੈ ਕਿ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਨੂੰ ਹਥਿਆਰਬੰਦ ਜਦੋਂ ਅਸੀਂ ਦਿਖਾਉਂਦੇ ਹਾਂ, ਜਾਂ ਸਿਰਫ ਤੇ ਸਿਰਫ ਜਦੋਂ ਅਸੀਂ ਭਗਤ ਸਿੰਘ ਨਾਲ ਜਾਂ ਭਗਤ ਸਿੰਘ ਬਾਰੇ ਗੱਲ ਕਰਦੇ ਹਾਂ ਤਾਂ ਸਿਰਫ ਤੇ ਸਿਰਫ ਜੋਸ਼ ਦੀ ਹੀ ਗੱਲ ਰਹਿ ਜਾਂਦੀ ਹੈ, ਹਥਿਆਰਾਂ ਦੀ ਗੱਲ ਹੀ ਰਹਿ ਜਾਂਦੀ ਹੈ। ਇਹ ਸਹੀ ਨਹੀਂ ਹੈ। ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਸੰਪੂਰਨ ਤੌਰ ਤੇ ਸਮਝਣ ਦੀ ਲੋੜ ਹੈ। ਉਹਨਾਂ ਦਾ ਸਮੁੱਚੇ ਫਲਸਫੇ ਨੂੰ ਸਮਝਣ ਦੀ ਲੋੜ ਹੈ। ਉਹ ਫਲਸਫਾ ਜਿਹੜਾ ਕਹਿੰਦਾ ਹੈ ਕਿ ਆਪਾਂ ਵਿਚਾਰਾਂ ਨਾਲ ਜੁੜੀਏ, ਚੰਗੇ ਵਿਚਾਰ ਹੋਣਗੇ ਤਾਂ ਉਹਦੇ ਵਿੱਚੋਂ ਚੰਗਾ ਮਨੁੱਖ ਪੈਦਾ ਹੋਏਗਾ। ਚੰਗੇ ਵਿਚਾਰ ਉਹਨਾਂ ਨੇ ਕਿਵੇਂ ਆਉਂਦੇ ਆ? ਉਹ ਤੁਹਾਨੂੰ ਕਿਤਾਬਾਂ ਤੋਂ ਆ ਸਕਦੇ ਆ, ਤੁਹਾਡੀ ਨੌਲੇਜ ਤੋਂ ਆ ਸਕਦੇ ਆ, ਤੁਹਾਡੇ ਅਨੁਭਵ ਤੋਂ ਆ ਸਕਦੇ ਆ, ਤੁਹਾਡੇ ਅਧਿਆਪਕਾਂ ਤੋਂ ਆ ਸਕਦੇ ਆ, ਤੁਹਾਡੇ ਗੁਰੂਆਂ ਤੋਂ ਆ ਸਕਦੇ ਆ। ਜਿੱਥੋਂ ਵੀ ਤੁਹਾਨੂੰ ਚੰਗੇ ਵਿਚਾਰ ਮਿਲਦੇ ਆ ਉਹ ਤੁਹਾਨੂੰ ਲੈਣੇ ਚਾਹੀਦੇ ਆ। ਔਰ ਜੇ ਤੁਹਾਡੇ ਕੋਲ ਚੰਗੇ ਮੌਲਿਕ ਵਿਚਾਰ ਹੋਣਗੇ ਤਾਂ ਤੁਸੀਂ ਲਾਜ਼ਮੀ ਤੌਰ ਤੇ ਜਿਹੜੀਆਂ ਵੱਡੀਆਂ ਲੜਾਈਆਂ ਨੇ, ਚਾਹੇ ਉਹ ਅੱਜ ਦਾ ਸਮਾਂ ਹੋਏ, ਚਾਹੇ ਉਹਨਾਂ ਦੇ ਵੇਲੇ ਦਾ ਸਮਾਂ ਸੀਗਾ, ਉਹਨਾਂ ਨੇ ਕਿਹਾ ਕਿ ਤੁਸੀਂ ਵਿਚਾਰਾਂ ਦੇ ਨਾਲ ਵੱਡੀਆਂ ਲੜਾਈਆਂ ਲੜ ਸਕਦੇ ਹੋ, ਇਕੱਲੇ ਜੋਸ਼ ਨਾਲ ਨਹੀਂ ਲੜਿਆ ਜਾ ਸਕਦਾ। ਬਿਲਕੁਲ। ਜਿਵੇਂ ਇੱਕ ਹੋਰ ਗੱਲ ਹੈ ਨਾ ਇਹਦੇ ਵਿੱਚ ਕਿ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਨੇ ਕਿ ਅੰਦੋਲਨ ਜੀਵੀ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਅੰਦੋਲਨ ਚੱਲਦਾ ਰਹੇ, ਉਹਨਾਂ ਦਾ ਕਾਰੋਬਾਰੀ ਜਾਂ ਉਹਨਾਂ ਦੇ ਕੰਮਕਾਰ ਇੱਥੋਂ ਹੀ ਚੱਲਦੇ ਨੇ, ਉਹਨਾਂ ਦੇ ਘਰ ਇੱਥੋਂ ਹੀ ਚੱਲਦੇ ਨੇ, ਜਾਂ ਜਿਵੇਂ ਵੀ ਉਹ ਕਹਿੰਦੇ ਰਹੇ ਨੇ। ਪਰ ਜਿੱਥੇ ਭਗਤ ਸਿੰਘ ਹੋਣਾ ਨੇ, ਉਹਨਾਂ ਨੇ ਵੀ ਤਾਂ ਅੰਦੋਲਨ ਕੀਤੇ। ਲੋਕ ਕਹਿੰਦੇ ਕਿ ਫਿਰ ਜੇ ਅਸੀਂ ਅੰਦੋਲਨ ਜੀਵੀ ਹਾਂ ਤਾਂ ਭਗਤ ਸਿੰਘ ਵੀ ਅੰਦੋਲਨ ਜੀਵੀ ਸੀ, ਉਹਨਾਂ ਨੇ ਵੀ ਅੰਦੋਲਨ ਕੀਤੇ ਨੇ। ਸਰਕਾਰ ਨੂੰ ਇਹ ਸੋਚ ਸਮਝਣੀ ਚਾਹੀਦੀ ਹੈ। ਜਦੋਂ ਲੋਕ ਸੜਕਾਂ ਤੇ, ਮੁਲਕ ਦੇ ਵਿੱਚ ਆਪਣੇ ਹੱਕਾਂ ਨੂੰ ਲੈ ਕੇ ਸੜਕਾਂ ਤੇ ਬੈਠੇ ਨੇ, ਤਾਂ ਉਸ ਵੇਲੇ ਸ਼ਹੀਦ ਭਗਤ ਸਿੰਘ ਨੂੰ ਨਤਮਸਤਕ ਵੀ ਹੁੰਦੇ ਨੇ ਇਹ ਲੋਕ। ਸਰਕਾਰੀ ਜਿਹੜੇ ਸਰਕਾਰਾਂ ਨਤਮਸਤਕ ਹੁੰਦੀਆਂ ਨੇ, ਤਾਂ ਉਹ ਸੋਚ ਨੂੰ ਕਿਉਂ ਨਹੀਂ ਅਪਣਾਉਂਦੀਆਂ? ਸੁਖਿੰਦਰ ਜੀ ਦੇਖੋ, ਜਿੱਥੋਂ ਤੱਕ ਮੋਦੀ ਜੀ ਦੇ ਇਸ ਬਿਆਨ ਦਾ ਸੰਬੰਧ ਹੈ, ਆਪਾਂ ਨੂੰ ਇਹ ਸਵਾਲ ਪੁੱਛਣਾ ਚਾਹੀਦਾ ਕਿ ਜੇ ਅੰਦੋਲਨ ਕਰਨਾ ਇੰਨਾ ਹੀ ਮਾੜਾ ਹੈ ਤਾਂ ਉਹ ਜਿਸ ਆਜ਼ਾਦ ਮੁਲਕ ਦੇ ਪ੍ਰਧਾਨ ਮੰਤਰੀ ਨੇ, ਉਹ ਮੁਲਕ ਆਜ਼ਾਦ ਕਿਵੇਂ ਹੋਇਆ? ਉਹ ਅੰਦੋਲਨ ਕਰਕੇ ਹੀ ਹੋਇਆ। ਜੇ ਨਹਿਰੂ ਜੀ, ਜੇ ਮਹਾਤਮਾ ਗਾਂਧੀ ਜੀ, ਜੇ ਸ਼ਹੀਦ ਆਜ਼ਮ ਭਗਤ ਸਿੰਘ, ਜੇ ਬੋਸ, ਚੰਦਰ ਸ਼ੇਖਰ ਆਜ਼ਾਦ, ਇਹ ਬਹੁਤ ਸਾਰੇ ਜਿਨ੍ਹਾਂ ਨੇ ਲੱਖਾਂ ਦੀ ਗਿਣਤੀ ਦੇ ਵਿੱਚ, ਜੇ ਇਹਨਾਂ ਲੋਕਾਂ ਨੇ ਅੰਦੋਲਨ ਨਾ ਕੀਤੇ ਹੁੰਦੇ ਤਾਂ ਕੀ ਪ੍ਰਧਾਨ ਮੰਤਰੀ ਮੋਦੀ ਜੀ ਅੱਜ ਹੁੰਦੇ? ਸਵਾਲ ਪੈਦਾ ਬਿਲਕੁਲ ਵੀ ਨਹੀਂ ਸੀ ਹੋਣੇ। ਜੇ ਮੁਲਕ ਆਜ਼ਾਦ ਹੀ ਨਹੀਂ ਸੀ ਹੋਣਾ ਤਾਂ ਮਤਲਬ ਪ੍ਰਧਾਨ ਮੰਤਰੀ ਦਾ ਹੋਣ ਦਾ ਮਤਲਬ ਹੀ ਕੋਈ ਨਹੀਂ ਸੀ ਰਹਿ ਜਾਂਦਾ। ਸੋ ਇਸ ਕਰਕੇ ਪਹਿਲੀ ਗੱਲ ਤਾਂ ਮੋਦੀ ਸਾਹਿਬ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਅੱਜ ਤੱਕ ਜਿੰਨੇ ਵੀ ਆਜ਼ਾਦੀ ਮਿਲੀ ਆ ਜਿੰਨੇ ਵੀ ਮੁਲਕਾਂ ਨੂੰ, ਚਾਹੇ ਮੈਂ ਇਕੱਲੇ ਹਿੰਦੁਸਤਾਨ ਦੀ ਗੱਲ ਨਹੀਂ ਕਰ ਰਿਹਾ, ਪੂਰੀ ਦੁਨੀਆ ਦੇ ਵਿੱਚ ਕਿਸੇ ਵੇਲੇ ਅੰਗਰੇਜ਼ ਸਾਮਰਾਜ ਦਾ ਜਿਹੜਾ ਹੈਗਾ ਸੂਰਜ ਨਹੀਂ ਸੀ ਛੁਪਦਾ। ਤੁਹਾਨੂੰ ਵੀ ਯਾਦ ਹੋਏਗਾ, ਤੁਸੀਂ ਵੀ ਸੁਣਿਆ ਹੋਏਗਾ, ਬਹੁਤ ਸਾਰੇ ਮੁਲਕ ਉਹਨਾਂ ਨੇ ਗੁਲਾਮ ਬਣਾਏ ਹੋਏ ਸੀਗੇ। ਸੋ ਜੇ ਗੁਲਾਮੀ ਤੋਂ ਆਜ਼ਾਦੀ ਮਿਲੀ ਹੈ ਤਾਂ ਅੰਦੋਲਨਾਂ ਕਰਕੇ ਮਿਲੀ ਹੈ। ਉਹਨਾਂ ਨੇ ਕੋਈ ਪਲੇਟ ਚ ਪਾ ਕੇ ਨਹੀਂ ਦਿੱਤੀ ਆਜ਼ਾਦੀ। ਔਰ ਆਜ਼ਾਦੀ ਦੇ ਲਈ ਉਹਨਾਂ ਨੂੰ ਸ਼ਹੀਦ ਆਜ਼ਮ ਵਰਗਿਆਂ ਨੂੰ, ਭਗਤ ਸਿੰਘ ਵਰਗਿਆਂ ਨੂੰ, ਰਾਜਗੁਰੂ ਸੁਖਦੇਵ ਵਰਗਿਆਂ ਨੂੰ ਆਪਣੀਆਂ ਜਾਨਾਂ ਤਲੀਆਂ ਤੇ ਧਰਨੀਆਂ ਪਈਆਂ ਨੇ, ਤਾਂ ਕਿਤੇ ਜਾ ਕੇ ਉਹ ਇਸ ਮੁਲਕ ਦੇ ਪ੍ਰਧਾਨ ਮੰਤਰੀ ਬਣੇ ਨੇ। ਸੋ ਇਹ ਤਾਂ ਬਿਲਕੁਲ ਉਹਨਾਂ ਦਾ ਇੱਕ ਗੈਰ ਮਨੁੱਖੀ ਜਾਂ ਜਿਹੜਾ ਹੈਗਾ ਗੈਰ ਪ੍ਰਸੰਗਿਕ ਜਿਹੜਾ ਸੀਗਾ ਉਹ ਗੱਲ ਸੀਗੀ। ਉਹਦੇ ਬਾਰੇ ਸਾਨੂੰ ਜਿਹੜਾ ਹੈਗਾ ਬਹੁਤ ਜ਼ਰੂਰੀ ਤੌਰ ਤੇ ਸਮਝਣਾ ਚਾਹੀਦਾ ਹੈ। ਔਰ ਦੂਸਰੀ ਗੱਲ ਕਿ ਸ਼ਹੀਦ ਆਜ਼ਮ ਭਗਤ ਸਿੰਘ, ਆਪਾਂ ਫੇਰ ਉਹਨਾਂ ਤੇ ਆਉਣੇ ਆ ਕਿ ਸ਼ਹੀਦ ਆਜ਼ਮ ਭਗਤ ਸਿੰਘ ਦੀ ਜਿਹੜੀ ਸੋਚ ਸੀਗੀ ਉਹ ਇਹੀ ਸੀਗੀ ਕਿ ਅਸੀਂ ਅੰਦੋਲਨ ਕਰੀਏ, ਔਰ ਅੰਦੋਲਨ ਵੀ ਕੀ ਹੋਵੇ, ਔਰ ਉਹਦੇ ਵਿੱਚ ਜੋਸ਼ ਤੇ ਹੋਸ਼ ਦਾ ਸੁਮੇਲ ਹੋਵੇ, ਜੋਸ਼ ਵੀ ਹੋਵੇ ਨਾਲ ਹੋਸ਼ ਵੀ ਹੋਵੇ, ਵਿਚਾਰ ਵੀ ਹੋਣ ਤੁਹਾਡੇ,
ਔਰ ਤਾਂ ਹੀ ਅਸੀਂ ਉਹਨਾਂ ਨੇ ਤਾਂ ਹੀ ਉਹ ਕਾਂਗਰਸ ਤੋਂ ਉਸ ਵੇਲੇ ਵੱਖਰੇ ਹੋਏ। ਔਰ ਕਈ ਵਾਰੀ ਇਹ ਵੀ ਕਹਿ ਦਿੱਤਾ ਜਾਂਦਾ ਹੈ ਕਿ ਮਹਾਤਮਾ ਗਾਂਧੀ ਜੀ ਨੇ ਉਹਨਾਂ ਦੀ ਜਿਹੜੀ ਸ਼ਹੀਦੀ ਸੀਗੀ ਉਹਨੂੰ ਉਹਨਾਂ ਨੂੰ ਬਚਾਉਣ ਦੀ ਕਿਉਂ ਨਹੀਂ ਕੋਸ਼ਿਸ਼ ਕੀਤੀ, ਔਰ ਉਹਨਾਂ ਨੂੰ ਚਾਹੀਦਾ ਸੀਗਾ। ਬੇਸ਼ੱਕ ਚਾਹੀਦਾ ਸੀਗਾ। ਮੈਂ ਇੱਥੇ ਫਿਰ ਇਹੀ ਦੱਸਣਾ ਚਾਹੁੰਦਾ ਕਿ ਜਿਵੇਂ ਚੌਰਾ ਚੌਰੀ ਦੀ ਘਟਨਾ ਤੋਂ ਬਾਅਦ ਜਿਵੇਂ ਉਹਨਾਂ ਨੇ ਐਡਾ ਵੱਡਾ ਅੰਦੋਲਨ ਵਾਪਸ ਲੈ ਲਿਆ ਸੀਗਾ, ਤਾਂ ਮਹਾਤਮਾ ਗਾਂਧੀ ਜੀ ਔਰ ਜਾਂ ਕਾਂਗਰਸ ਦੀ ਜਿਹੜੀ ਸੋਚ ਸੀ ਕਿਤੇ ਨਾ ਕਿਤੇ ਆਪਣੇ ਹਾਕਮਾਂ ਦੇ ਨਾਲ ਸਮਝੌਤਾਵਾਦੀ ਸੋਚ ਸੀਗੀ ਕਿ ਇਹਨਾਂ ਦੇ ਨਾਲ ਸਮਝੌਤਾ ਕਰੋ। ਔਰ ਉਹੀ ਸਮਝੌਤਾ ਤੁਸੀਂ ਦੇਖੋਗੇ ਕਿ ਉਹਨਾਂ ਨੇ 1947 ਦੇ ਵਿੱਚ ਕੀਤਾ, ਔਰ ਉਹਦਾ ਨਤੀਜਾ ਕੀ ਨਿਕਲਿਆ ਔਰ ਸਮਝੌਤੇ ਦਾ, ਕਿ ਸਾਡਾ ਮੁਲਕ ਜਿਹੜਾ ਸੀਗਾ 2 ਟੁਕੜੇ ਹੋ ਗਿਆ। ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ, ਜੇ ਪਾਕਿਸਤਾਨ ਬਣਦਾ ਤਾਂ ਬਣਾ ਦਿਓ, ਕੋਈ ਗੱਲ ਨਹੀਂ, ਬਣ ਜਾਣ ਦਿਓ। ਜੇ ਬੰਗਾਲ ਵੰਡਿਆ ਜਾਂਦਾ ਤਾਂ ਵੰਡ ਦਿਓ, ਜੇ ਪੰਜਾਬ ਦੇ ਵਿੱਚ ਵੱਢ ਟੁੱਕ ਹੁੰਦੀ ਆ ਕੋਈ ਗੱਲ ਨਹੀਂ। ਜਿਹਦੇ ਕਰਕੇ ਉਹਨਾਂ ਨੂੰ ਬਹੁਤ ਸਾਰਾ ਸਾਨੂੰ ਨੁਕਸਾਨ ਵੀ ਉਠਾਉਣਾ ਪਿਆ। ਇਸ ਕਰਕੇ ਭਗਤ ਸਿੰਘ ਏਦਾਂ ਦੇ ਜਿਹੜੇ ਸਮਝੌਤਾਵਾਦੀ ਰਾਜਨੀਤੀ ਦੇ ਹਾਮੀ ਨਹੀਂ ਸਨ। ਉਹ ਚਾਹੁੰਦੇ ਸੀਗੇ ਭਾਰਤ ਇੱਕੋ ਹੀ ਹੈ, ਇੱਕੋ ਹੀ ਰਹਿਣਾ ਚਾਹੀਦਾ ਹੈ, ਔਰ ਜੇ ਅਸੀਂ ਏਦਾਂ ਸਮਝੌਤਾਵਾਦੀ ਰੁਖ ਰੱਖਾਂਗੇ ਤਾਂ ਅੰਗਰੇਜ਼ ਸਾਨੂੰ ਡਿਵਾਈਡ ਐਂਡ ਰੂਲ ਬਣਾ ਕੇ, ਸਾਨੂੰ ਪਾੜ ਕੇ ਸਾਡਾ ਇੱਥੇ ਬਹੁਤ ਵੱਡਾ ਨੁਕਸਾਨ ਕਰ ਸਕਦੇ ਆ। ਔਰ ਤੁਸੀਂ ਦੇਖੋਗੇ ਕਿ ਅਗਲੇ 17 ਸਾਲਾਂ ਦੇ ਵਿੱਚ ਜਦੋਂ ਉਹਨਾਂ ਨੂੰ 1931 ਦੇ ਵਿੱਚ ਫਾਂਸੀ ਦਿੱਤੀ ਜਾਂਦੀ ਹੈ, ਉਸ ਤੋਂ ਬਾਅਦ ਲਗਾਤਾਰ ਜਿਹੜਾ ਸੀਗਾ ਉਹ ਪਾੜਾ ਵੱਧਦਾ ਗਿਆ। ਹਿੰਦੂ ਸਿੱਖ ਮੁਸਲਮਾਨ ਦਾ ਪਾੜਾ ਵਧਿਆ, ਔਰ ਉਹਦਾ ਨਤੀਜਾ ਸਮਝੌਤਾਵਾਦੀ ਰੁਖ ਦਾ ਨਤੀਜਾ ਇਹ ਨਿਕਲਿਆ ਕਿ ਸਾਡਾ 10 ਲੱਖ ਪੰਜਾਬੀ ਔਰ ਲਗਭਗ 10 ਲੱਖ ਬੰਗਾਲੀ ਜਿਹੜੇ ਸੀਗੇ ਉਹ ਉਸ ਫਿਰਕਾ ਪ੍ਰਸਤੀ ਦੇ ਵਿੱਚ ਮਾਰੇ ਗਏ, ਜਿਹਦੇ ਬਾਰੇ ਭਗਤ ਸਿੰਘ ਔਰ ਉਹਨਾਂ ਦੇ ਸਾਥੀਆਂ ਨੇ ਕਿਹਾ ਸੀਗਾ ਕਿ ਤੁਸੀਂ ਕਾਂਗਰਸ ਨੂੰ ਇਹ ਕਿਹਾ ਸੀਗਾ ਕਿ ਇਹ ਤੁਸੀਂ ਏਦਾਂ ਦੇ ਸਮਝੌਤੇ ਨਾ ਕਰੋ, ਤੁਸੀਂ ਇਹਦੇ ਨਾਲ ਕੀ ਹੋਏਗਾ ਕਿ ਆਮ ਲੋਕਾਂ ਦਾ ਨੁਕਸਾਨ ਹੋ ਜਾਏਗਾ। ਔਰ ਉਹ ਸਾਨੂੰ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜੋ ਭਗਤ ਸਿੰਘ ਨੇ ਇੱਕ ਜਿਹੜਾ ਸ਼ਿਕਵਾ ਜ਼ਾਹਰ ਕੀਤਾ ਸੀਗਾ ਕਾਂਗਰਸ ਪ੍ਰਤੀ, ਉਹ ਨਤੀਜਾ ਸਾਨੂੰ ਪੰਜਾਬੀਆਂ ਨੂੰ ਭੁਗਤਣਾ ਪਿਆ ਤੇ ਬੰਗਾਲੀਆਂ ਨੂੰ ਭੁਗਤਣਾ ਪਿਆ, ਔਰ ਅੱਜ ਵੀ ਆਪਾਂ ਉਹ ਨਤੀਜਾ ਜਿਹੜਾ ਹੈਗਾ ਭੁਗਤ ਰਹੇ ਹਾਂ। ਜੀ ਸਰ। ਜੀ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਜੀ। ਸੋ ਮੇਰੇ ਨਾਲ ਪੰਜਾਬਿਸਤਾਨ ਟੀਵੀ ਤੇ ਮੌਜੂਦ ਸਨ ਡਾਕਟਰ ਭੀਮਿੰਦਰ ਸਿੰਘ। ਸ਼ਹੀਦ ਭਗਤ ਸਿੰਘ ਹੋਣਾ ਦੀ ਸੋਚ ਅਤੇ ਅੱਜ ਦੀਆਂ ਸਰਕਾਰਾਂ ਜੋ ਕੁਝ ਕਰ ਰਹੀਆਂ ਨੇ ਉਸ ਉੱਤੇ ਅਸੀਂ ਗੱਲਬਾਤ ਕੀਤੀ ਹੈ ਕਿ ਨੌਜਵਾਨਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਅੱਜ ਅਸੀਂ ਕਿੱਥੇ ਖੜੇ ਹਾਂ, ਸ਼ਹੀਦ ਭਗਤ ਸਿੰਘ ਹੋਣਾ ਦੀ ਸੋਚ ਕੀ ਸੀ ਜਿਹਦੇ ਉੱਤੇ ਪਹਿਰਾ ਦੇਣ ਦੀ ਜ਼ਰੂਰਤ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਪੰਜਾਬਿਸਤਾਨ ਟੀਵੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।